ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ। ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਟਿਊਟ ਤੇ ਅਤੇ ਸਵਾਗਤ ਕਰਦਾ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਇਸ ਚੈਨਲ ਦੇ ਉੱਤੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕੁਐਸਟ ਹੈ ਕਿ ਜਿਹੜੇ ਵਿਦਿਆਰਥੀ ਇਸ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਜਿਹੜੀ ਆਉਣ ਵਾਲੀ ਲੇਟੈਸਟ ਵੀਡੀਓ ਉਹ ਸਭ ਤੋਂ ਪਹਿਲਾਂ ਮਿਲ ਰਹੇ। ਸੋ ਇਸ ਚੈਨਲ ਦੇ ਉੱਤੇ ਪੀਐਸਟੈਟ, ਸੀਟੈਟ, ਮਾਸਟਰ ਕੇਡਰ, ਐਨਟੀਟੀ ਤੇ ਪਟਵਾਰੀ ਦੇ ਐਗਜ਼ਾਮ ਨਾਲ ਸੰਬੰਧਿਤ ਵੀਡੀਓਜ਼ ਅਪਲੋਡ ਕੀਤੀਆਂ ਜਾਂਦੀਆਂ ਨੇ। ਉਹ ਤੁਸੀਂ ਪਲੇਲਿਸਟ ਦੇ ਵਿੱਚੋਂ ਆਪਣੇ ਵਿਸ਼ੇ ਦੇ ਅਕੋਰਡਿੰਗ ਅਤੇ ਆਪਣੇ ਸਬਜੈਕਟ ਦੇ ਅਕੋਰਡਿੰਗ ਔਰ ਆਪਣੇ ਕੋਰਸ ਦੇ ਅਕੋਰਡਿੰਗ ਜਿਹੜਾ ਦੇਖ ਸਕਦੇ ਹੈਗੇ ਹੋ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਇੰਡਸ ਸਿਵਲਾਈਜੇਸ਼ਨ ਦਾ ਪਾਰਟ ਨੰਬਰ 2। ਇਸ ਤੋਂ ਪਹਿਲਾਂ ਫਸਟ ਪਾਰਟ ਜਿਹੜਾ ਉਹ ਕੰਪਲੀਟ ਹੋ ਚੁੱਕਿਆ, ਤਾਂ ਤੁਸੀਂ ਹਿਸਟਰੀ ਆਫ ਇੰਡੀਆ ਦੀ ਪਲੇਲਿਸਟ ਉਸ ਦੇ ਵਿੱਚ ਜਾ ਕੇ ਫਸਟ ਪਾਰਟ ਜਿਹੜਾ ਉਹ ਕੰਪਲੀਟ ਹੋਇਆ ਦੇਖ ਸਕਦੇ ਹੈਗੇ ਹੋ। ਔਰ ਇਸ ਤੋਂ ਇਲਾਵਾ ਜਿਹੜੇ ਇਸ ਦੇ ਐਮਸੀਕਿਊ ਨੇ ਉਹ ਤਿਆਰ ਕੀਤੇ ਹੋਏ ਨੇ, ਪਹਿਲਾਂ ਹੀ ਕਲਾਸਿਸ ਉਸ ਦੀਆਂ ਲੱਗੀਆਂ ਹੋਈਆਂ ਨੇ। ਮਾਸਟਰ ਕੇਡਰ ਹਿਸਟਰੀ ਵਾਲਾ ਜਿਹੜਾ ਪਾਰਟ ਹੈ ਪਲੇਲਿਸਟ ਹੈ ਉਸ ਦੇ ਵਿੱਚ ਤੁਹਾਨੂੰ ਇਹਨਾਂ ਸਾਰਿਆਂ ਦੇ ਜਿਹੜੇ ਐਮਸੀਕਿਊ ਉਹ ਮਿਲ ਜਾਣਗੇ। ਸੋ ਇਹ ਜਿਹੜਾ ਟੌਪਿਕ ਹੈ ਤੁਹਾਡੇ ਐਨਟੀਟੀ, ਪਟਵਾਰੀ, ਐਸਐਸਸੀ, ਪੀਐਸਟੀ, ਮਾਸਟਰ ਕੇਡਰ ਐਂਡ ਨੈਬ ਤਹਿਸੀਲਦਾਰ ਜਾਂ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਕੰਪੀਟੀਸ਼ਨ ਐਗਜ਼ਾਮ ਨੇ ਜਿਨ੍ਹਾਂ ਦੇ ਵਿੱਚ ਇਹ ਹਿਸਟਰੀ ਆਫ ਇੰਡੀਆ ਜਿਹੜੀ ਆਉਂਦੀ ਹੈ, ਤਾਂ ਤੁਸੀਂ ਉਸ ਦੀ ਲਿਸਟ ਨੂੰ ਜਿਹੜਾ ਫੋਲੋ ਕਰ ਸਕਦੇ ਹੈਗੇ ਹੋ। ਸੋ ਆਸ ਕਰਦਾ ਕਿ ਸੈਸ਼ਨ ਇਹ ਥਿਓਰੀ ਤੁਹਾਡੇ ਲਈ ਕਾਫੀ ਹੈਲਪਫੁਲ ਰਹੂਗੀ। ਸੋ ਕਾਫੀ ਸਾਰੀ ਜਿਹੜੀ ਹਿਸਟਰੀ ਆਫ ਇੰਡੀਆ ਐਂਡ ਪੰਜਾਬ ਦੀ ਹਿਸਟਰੀ ਦੇ ਸਾਰੇ ਐਮਸੀਕਿਊ ਜਿਹੜੇ ਅਪਲੋਡ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ। ਥਿਓਰੀਜ਼ ਜਿਹੜੀਆਂ ਤੁਹਾਨੂੰ ਬੜੀ ਜਲਦੀ ਉਹ ਮਿਲ ਜਾਣਗੀਆਂ। ਸੋ ਬਾਕੀ ਦੀ ਸਾਈਕੋਲੋਜੀ ਹੋਗੀ ਜਾਂ ਜਿਹੜੀ ਰੀਜ਼ਨਿੰਗ ਹੋਗੀ ਜਾਂ ਇਸ ਤੋਂ ਇਲਾਵਾ ਹੋਰ ਜਿਹੜੇ ਸਬਜੈਕਟ ਰਹਿੰਦੇ ਨੇ ਉਹਨਾਂ ਦੀਆਂ ਵੀ ਪਹਿਲਾਂ ਤੁਹਾਨੂੰ ਥਿਓਰੀਆਂ ਮਿਲਣਗੀਆਂ, ਉਸ ਤੋਂ ਬਾਅਦ ਜਿਹੜੇ ਤੁਹਾਨੂੰ ਐਮਸੀਕਿਊ ਉਹ ਮਿਲਦੇ ਰਹਿਣਗੇ। ਸੋ ਕੁਛ ਦਿਨਾਂ ਤੱਕ ਬੜੇ ਜਲਦੀ ਹੀ ਸਾਰੇ ਜਿਹੜੇ ਥਿਓਰੀਆਂ ਮੈਂ ਅਪਲੋਡ ਕਰ ਦੇਵਾਂਗਾ। ਸੋ ਆਸ ਕਰਦਾ ਕਿ ਜਲਦੀ ਹੀ ਤੁਹਾਨੂੰ ਮਿਲ ਜਾਣਗੇ। ਸੋ ਪਾਰਟ ਨੰਬਰ 2 ਹੈ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ PDF ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ। ਸੋ ਇਹ ਗਰੁੱਪ ਪੇਡ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਤਾਂ ਫੀਸ ਪੇ ਕਰਕੇ ਤੁਸੀਂ ਇਸ ਦੇ ਵਿੱਚ ਐਡ ਹੋ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਸੋ ਇੰਡੀਅਨ ਸਿਵਲਾਈਜੇਸ਼ਨ ਜਿਹੜੀ ਅਸੀਂ ਪਹਿਲਾਂ ਕਰ ਚੁੱਕੇ ਹਾਂ, ਬਹੁਤ ਹੀ ਵਿਕਸਿਤ ਜਿਹੜੀ ਸੱਭਿਅਤਾ ਮੰਨੀ ਜਾਂਦੀ ਸੀਗੀ। ਭਾਰਤ ਦੀ ਸਭ ਤੋਂ ਜਾਂ ਵਿਸ਼ਵ ਦੀ ਸਭ ਤੋਂ ਇੱਕ ਡਿਵੈਲਪਡ ਜਿਹੜੀ ਸੱਭਿਅਤਾ ਜਾਂ ਸਿਵਲਾਈਜੇਸ਼ਨ ਦੇ ਵਿੱਚ ਇਸ ਦਾ ਨਾਮ ਆਉਂਦਾ ਹੈਗਾ ਗਾ। ਸੋ ਬਹੁਤ ਸਾਰੇ ਜਿਹੜੇ ਇਲਾਕੇ ਇਸ ਦੇ ਭਾਰਤ ਦੇ ਵਿੱਚ ਲੱਭੇ ਗਏ ਸੀਗੇ, ਭਾਰਤ ਦੀ ਹੀ ਸੱਭਿਅਤਾ ਇਹ ਮੰਨੀ ਜਾਂਦੀ ਹੈਗੀ। ਸੋ ਅਸੀਂ ਫਸਟ ਵਾਲੇ ਪਾਰਟ ਦੇ ਵਿੱਚ ਕਰ ਲਿੱਤੇ ਸੀ ਕਿ ਕਿਹੜੇ ਜਿਹੜੇ ਪਾਰਟ ਨੇ, ਕਦੋਂ ਉਹਨਾਂ ਦੀ ਖੋਜ ਕੀਤੀ ਹੈ, ਕਿਸ ਨੇ ਕੀਤੀ ਹੈ, ਕੀ ਉਹਨਾਂ ਦੀ ਜਿਹੜੀ ਇੰਪੋਰਟੈਂਸ ਰਹੀ ਹੈ, ਅਸੀਂ ਇਹ ਲਾਸਟ ਵਾਲੇ ਪਾਰਟ ਦੇ ਵਿੱਚ ਕੰਪਲੀਟ ਕਰ ਲਿੱਤਾ ਹੈ। ਸੋ ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਟਾਊਨ ਪਲੈਨਿੰਗ ਦੀ, ਕਿ ਜਿਹੜੀ ਹੜੱਪਾ ਸਿਵਲਾਈਜੇਸ਼ਨ ਸੀ ਜਾਂ ਇੰਡਸ ਸਿਵਲਾਈਜੇਸ਼ਨ ਸੀ ਉਸ ਦੀ ਪਲੈਨਿੰਗ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਕੀਤੀ ਗਈ ਸੀ। ਸੋ ਜਿਸ ਤਰ੍ਹਾਂ ਅਸੀਂ ਅੱਜ ਦੇ ਡਿਵੈਲਪਡ ਸ਼ਹਿਰ ਜਾਂ ਫੋਰਨ ਦੀਆਂ ਜਿਹੜੀਆਂ ਕੰਟਰੀਆਂ ਦੇਖਦੇ ਜਿਨ੍ਹਾਂ ਦੇ ਵਿੱਚ ਬਹੁਤ ਹੀ ਤਰ੍ਹਾਂ ਦੀ ਮੈਨੇਜਮੈਂਟ ਜਿਹੜੀ ਕੀਤੀ ਹੁੰਦੀ ਹੈ, ਉਸ ਤਰ੍ਹਾਂ ਦੀ ਜਿਹੜੇ ਸੱਭਿਅਤਾ ਨੂੰ ਵਸਾਇਆ ਹੋਇਆ ਸੀ, ਇਸ ਤਰ੍ਹਾਂ ਦੀ ਇਹਨਾਂ ਨੇ ਆਪਣੀ ਜਿਹੜੀ ਉਹ ਪਲੈਨਿੰਗ ਕੀਤੀ ਹੋਈ ਸੀਗੀ। ਸੋ ਉਹ ਸਾਰੀ ਆਪਾਂ ਇਸ ਦੇ ਵਿੱਚ ਜਿਹੜਾ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਸੋ ਨਗਰ ਯੋਜਨਾ ਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਦੇ ਕੋਲੇ ਸਾਡੇ ਭਵਨ ਹੁੰਦੇ। ਭਵਨ ਮੀਨਸ ਕਿ ਉਹਨਾਂ ਦੇ ਹਾਊਸਿਸ ਵਗੈਰਾ ਜਿਹੜੇ ਉਹ ਕਿਸ ਤਰ੍ਹਾਂ ਦੇ ਕ੍ਰੀਏਟ ਕੀਤੇ ਹੋਏ ਸੀਗੇ। ਤਾਂ ਸਿੱਧੂ ਘਾਟੀ ਦੀ ਸੱਭਿਅਤਾ ਦੇ ਲੋਕ ਸੀਗੇ ਜਿਹੜੇ ਉਹ ਇਹਨਾਂ ਚੀਜ਼ਾਂ ਦੇ ਵਿੱਚ ਬੜੇ ਐਕਸਪਰਟ ਜਾਂ ਕੁਸ਼ਲ ਜਿਹੜੇ ਕਹਾਉਂਦੇ ਸੀਗੇ, ਕਿਉਂਕਿ ਉਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜੇ ਆਪਣੇ ਘਰ ਆ ਉਹ ਕ੍ਰੀਏਟ ਕੀਤੇ ਹੋਏ ਸੀਗੇ। ਔਰ ਉਹਨਾਂ ਦੇ ਮਕਾਨ ਪੱਕੀਆਂ ਇੱਟਾਂ ਦੇ ਬਣੇ ਹੋਏ ਸੀ, ਜਿਸ ਤਰ੍ਹਾਂ ਕਿ ਅੱਜ ਸਾਡੇ ਕੋਲੇ ਪੱਕੀਆਂ ਇੱਟਾਂ ਦੀਆਂ ਜਿਹੜੀਆਂ ਬਿਲਡਿੰਗਸ ਮਿਲਦੀਆਂ ਹੈਗੀਆਂ ਨੇ, ਕੱਚੀਆਂ ਨਹੀਂ ਸੀਗੀਆਂ। ਬਟ ਉਹਨਾਂ ਕੋਲੇ ਪਤਾ ਨਹੀਂ ਉਹਨਾਂ ਨੇ ਕਿਵੇਂ ਇਸ ਚੀਜ਼ ਦੀ ਖੋਜ ਕੀਤੀ, ਕਿੱਥੋਂ ਕੀਤੀ, ਇਹ ਉਹੀ ਜਾਣਦੇ ਨੇ। ਸੋ ਇਹ ਚੀਜ਼ਾਂ ਦੀਆਂ ਜਿਹੜੀਆਂ ਖੋਜਾਂ ਹੋਈਆਂ ਨੇ ਉਹ ਇੱਕ ਪੱਕੇ ਮਕਾਨ ਸੀ, ਜਾਣੀ ਪੱਕੀਆਂ ਇੱਟਾਂ ਦੇ ਜਿਹੜੇ ਬਣੇ ਹੋਏ ਸੀਗੇ। ਔਰ ਇਸ ਦੇ ਨਾਲ ਹੀ ਉਹਨਾਂ ਨੇ ਹੜ੍ਹਾਂ ਦੇ ਖੇਤਰਾਂ ਤੋਂ ਬਚਣ ਦੇ ਲਈ ਆਪਣੇ ਮਕਾਨਾਂ ਦੀਆਂ ਜਿਹੜੀਆਂ ਉਹ ਨੀਹਾਂ ਡੂੰਘੀਆਂ ਰੱਖੀਆਂ ਹੋਈਆਂ ਸੀ। ਮੀਨਸ ਕਿ ਜੇਕਰ ਕਿਸੇ ਕਾਰਨ ਹੜ੍ਹ ਵਗੈਰਾ ਆਉਂਦੇ ਆ, ਪਾਣੀ ਦਾ ਜਿਹੜਾ ਦਬਾਅ ਜ਼ਿਆਦਾ ਹੋ ਜਾਂਦਾ, ਤਾਂ ਉਹਨਾਂ ਦੇ ਮਕਾਨਾਂ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਅਸਰ ਆ ਉਹ ਨਾ ਪਵੇ। ਮਕਾਨ ਉਹਨਾਂ ਦੇ ਖੁੱਲ੍ਹੇ ਹੁੰਦੇ ਸੀਗੇ ਅਤੇ ਹਵਾਦਾਰ ਉਹਨਾਂ ਨੂੰ ਬਣਾ ਕੇ ਰੱਖਿਆ ਜਾਂਦਾ ਸੀਗਾ। ਔਰ ਬਹੁਤ ਸਾਰੇ ਮਕਾਨ ਜਿਹੜੇ ਉਹ ਕਹਿ ਸਕਦੇ ਹੈਗੇ ਨਾ ਵੱਡੇ ਵੀ ਹੁੰਦੇ ਸੀਗੇ, ਠੀਕ ਆ। ਔਰ ਵੱਡੇ ਦਰਵਾਜ਼ੇ ਵੀ ਉਹਨਾਂ ਦੇ ਵਿੱਚ ਹੁੰਦੇ ਸੀਗੇ, ਖਿੜਕੀਆਂ ਵੀ ਉਹਨਾਂ ਦੇ ਵਿੱਚ ਰੱਖੀਆਂ ਜਾਂਦੀਆਂ ਸੀਗੀਆਂ ਅਤੇ ਰੋਸ਼ਨਦਾਰ ਵੀ ਇਹਨਾਂ ਦੇ ਵਿੱਚ ਅਵੇਲੇਬਲ ਹੁੰਦੇ ਸੀਗੇ। ਸਾਰਿਆਂ ਦੇ ਜਿੰਨੇ ਘਰ ਹੁੰਦੇ ਸੀ ਤਕਰੀਬਨ ਉਹ ਗਲੀ ਦੇ ਵੱਲ ਹੀ ਨੂੰ ਖਿਲਦੇ ਸੀਗੇ, ਜਾਣੀ ਕਿ ਮੁੱਖ ਦਰਵਾਜ਼ਾ ਜਿਹੜਾ ਉਹ ਗਲੀ ਦੇ ਵੱਲ ਆਉਂਦਾ ਸੀ, ਜਿਸ ਸਾਈਡ ਦੇ ਵਿੱਚੋਂ ਗੁਜ਼ਰਨਾ ਹੁੰਦਾ ਸੀਗਾ। ਔਰ ਬਹੁਤ ਸਾਰੇ ਜਿਹੜੇ ਮਕਾਨ ਆ ਉਹ ਸਿੰਗਲ ਸਟੋਰੀ ਵੀ ਹੁੰਦੇ ਸੀ ਅਤੇ ਡਬਲ ਸਟੋਰੀ ਵੀ ਜਿਹੜੇ ਦੇਖਣ ਨੂੰ ਮਿਲਦੇ ਸੀਗੇ। ਤੁਸੀਂ ਪਿਕਚਰ ਦੇ ਵਿੱਚ ਦੇਖ ਸਕਦੇ ਹੈਗੇ ਹੋ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਹਨਾਂ ਦੇ ਜਿਹੜਾ ਮੈਨੇਜਮੈਂਟ ਕੀਤੀ ਹੋਈ ਸੀਗੀ। ਇਹਨਾਂ ਦੇ ਉੱਪਰ ਚੜ੍ਹਨ ਦੇ ਲਈ ਉਹਨਾਂ ਨੇ ਪੌੜੀ ਦਾ ਵੀ ਇਸਤੇਮਾਲ ਕੀਤਾ ਹੋਇਆ ਸੀ, ਜਾਣੀ ਕਿ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਸੀ ਕਿ ਪੌੜੀ ਦੇ ਥਰੂ ਅਸੀਂ ਛੱਤ ਦੇ ਉੱਪਰ ਜਿਹੜਾ ਜਾ ਸਕਦੇ ਹੈਗੇ। ਹਰ ਮਕਾਨ ਦੇ ਵਿੱਚ ਇੱਕ ਖੁੱਲ੍ਹਾ ਵਿਹੜਾ, ਇੱਕ ਰਸੋਈ ਘਰ, ਖੂਹ ਤੇ ਇਸ਼ਨਾਨ ਘਰ ਜਿਹੜਾ ਹੁੰਦਾ ਸੀ, ਜਾਣੀ ਕਿ ਜਿਹੜੀਆਂ ਵੀ ਜ਼ਰੂਰੀ ਚੀਜ਼ਾਂ ਇੱਕ ਅੱਜ ਦੇ ਸਮੇਂ ਦੇ ਵਿੱਚ ਮਾਡਰਨ ਟਾਈਮ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਹੁੰਦੀਆਂ ਨੇ, ਬਣਾਉਂਦੇ ਹਾਂ ਅਸੀਂ ਅਕਸਰ। ਸੋ ਉਹਨਾਂ ਨੇ ਉਸ ਚੀਜ਼ ਨੂੰ ਪਹਿਲਾਂ ਤੋਂ ਹੀ ਜਿਹੜਾ ਬਣਾ ਕੇ ਰੱਖਿਆ ਸੀ, ਅੱਜ ਤੋਂ 5000 ਸਾਲ ਪਹਿਲਾਂ।
ਸੋ ਭਵਨ ਨਿਰਮਾਣ ਦੇ ਵਿੱਚ ਉਹਨਾਂ ਦੀ ਕਹਿ ਸਕਦੇ ਹਾਂ ਇੱਕ ਬੜਾ ਕੁਸ਼ਲਤਾ ਰਿਹਾ, ਜਿਸ ਨੂੰ ਅਸੀਂ ਦੇਖ ਕੇ ਸਾਰੇ ਹੀ ਜਿਹੜੇ ਹੈਰਾਨ ਹੁੰਦੇ ਹਾਂ ਕਿ ਇੰਨਾ ਵਧੀਆ ਸਿਸਟਮ ਉਹਨਾਂ ਨੇ ਕਿਵੇਂ ਉਸ ਸਮੇਂ ਦੇ ਵਿੱਚ ਕ੍ਰੀਏਟ ਕੀਤਾ, ਜਦੋਂ ਕੁਛ ਵੀ ਜਿਹੜੀ ਟੈਕਨੋਲੋਜੀ ਨਾਮ ਦੀ ਚੀਜ਼ ਨਹੀਂ ਸੀਗੀ। ਦੂਸਰਾ ਆ ਜਾਂਦਾ ਹੈ ਵਿਸ਼ਾਲ ਇਸ਼ਨਾਨ ਘਰ, ਜਿਹਨੂੰ ਦਾ ਗ੍ਰੇਟ ਬਾਥ ਦੇ ਨਾਂ ਕਿਹਾ ਜਾਂਦਾ ਹੈ। ਸੋ ਸਿੰਧੂ ਘਾਟੀ ਦੀ ਸਭਿਅਤਾ ਦੀ ਖੁਦਾਈ ਦੇ ਵਿੱਚ ਮੋਹਨਜੋਦੜੋ ਦਾ ਜਿਹੜਾ ਇਲਾਕਾ ਸੀ, ਉੱਥੋਂ ਇੱਕ ਬਹੁਤ ਸਾਰੀਆਂ ਇਮਾਰਤਾਂ ਦੇ ਨਾਲ ਜਿਹੜਾ ਇੱਕ ਇਸ਼ਨਾਨ ਘਰ ਮਿਲਿਆ ਸੀ, ਜਿਹੜਾ ਕਿ ਕਾਫੀ ਵੱਡਾ ਬਣਾਇਆ ਜਾਂਦਾ ਅਤੇ ਸਭ ਤੋਂ ਇੱਕ ਇੰਪੋਰਟੈਂਟ ਪਾਰਟ ਜਿਹੜਾ ਉਹ ਮੰਨਿਆ ਜਾਂਦਾ ਹੈ ਸਿੰਧ ਘਾਟੀ ਦੀ ਸਭਿਅਤਾ ਦਾ। ਸੇ ਤੁਸੀਂ ਪਿਕਚਰ ਦੇ ਵਿੱਚ ਦੇਖ ਸਕਦੇ ਹੋ ਕਿ ਉਹਨਾਂ ਨੇ ਇਸ ਚੀਜ਼ ਨੂੰ ਬੜੇ ਵਧੀਆ ਤਰੀਕੇ ਦੇ ਨਾਲ ਬਣਾਇਆ ਸੀ, ਅੱਜ ਤੋਂ 5000 ਸਾਲ ਪਹਿਲਾਂ, ਕਿ ਕਿਵੇਂ ਹੋ ਸਕਦਾ ਹੈ ਕਿ ਉਹਨਾਂ ਨੇ ਇੰਨੇ ਵਧੀਆ ਤਰੀਕੇ ਨਾਲ ਇਕੁਅਲ ਜਿਹੜੀ ਚੀਜ਼ ਉਹ ਬਣਾਈ ਹੈ, ਬਿਲਕੁਲ ਮਿਣ ਕੇ ਬਣਾਈ ਹੈ, ਅਤੇ ਹਰ ਚੀਜ਼ ਨੂੰ ਉਹਨਾਂ ਨੇ ਧਿਆਨ ਦੇ ਵਿੱਚ ਉੱਥੇ ਰੱਖਿਆ ਹੋਇਆ ਸੀ ਨਾ, ਪੌੜੀਆਂ ਦਾ ਪ੍ਰਬੰਧ, ਪਾਣੀ ਨੂੰ ਸਟੋਰ ਕਰਨ ਦਾ ਪ੍ਰਬੰਧ, ਇਹ ਸਾਰਾ ਕੁਛ ਉਹਨਾਂ ਨੇ ਅਵੇਲੇਬਲ ਕੀਤਾ ਹੋਇਆ ਸੀਗਾ। ਸੋ ਇਹ ਜਿਹੜਾ ਇਸ਼ਨਾਨ ਘਰ ਸੀ, ਇਹ 180 ਫੁੱਟ ਤਾਂ ਇਹ ਲੰਬਾ ਸੀਗਾ ਔਰ 108 ਫੁੱਟ ਜਿਹੜਾ ਇਹ ਚੌੜਾ ਸੀਗਾ। ਸੋ ਇਹ ਜਿਹੜੀ ਚੜਾਈ ਤੇ ਜਿਹੜੇ ਲੰਬਾਈ ਇਸਦੀ ਪੁੱਛ ਲਈ ਜਾਂਦੀ ਹੁੰਦੀ ਪੇਪਰ ਦੇ ਵਿੱਚ, ਸੋ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਣਾ ਹੈਗਾ ਗਾ। ਔਰ ਵਿਚਕਾਰੋਂ ਇਸ ਦੇ ਵਿੱਚ 39 ਫੁੱਟ ਲੰਮਾ ਅਤੇ 23 ਫੁੱਟ ਚੌੜਾ ਅਤੇ 8 ਫੁੱਟ ਡੂੰਘਾ ਇਸ ਤਲਾਅ ਨੂੰ ਜਿਹੜਾ ਰੱਖਿਆ ਗਿਆ ਸੀ, ਕਿਉਂਕਿ ਇਹ ਬੇਸਿਕ ਨੀਡ ਜਿਹੜੀ ਬਣਾਈ ਗਈ ਸੀ ਹਰ ਤਰ੍ਹਾਂ ਦੀ ਇਹਦੇ ਵਿੱਚ ਸੀਗੀ। ਔਰ ਇਸ ਤਲਾਅ ਦੇ ਕੋਲੇ ਇੱਕ ਖੂਹ ਦਾ ਵੀ ਜਿਹੜਾ ਪ੍ਰਬੰਧ ਕੀਤਾ ਗਿਆ ਸੀ, ਜਿਸ ਦੇ ਵਿੱਚੋਂ ਇਸ ਤਲਾਅ ਨੂੰ ਜਿਹੜਾ ਭਰਿਆ ਜਾਂਦਾ ਸੀਗਾ, ਇਸ ਦੇ ਵਿੱਚੋਂ ਗੰਦਾ ਪਾਣੀ ਜਿਹੜਾ ਕੱਢ ਦਿੱਤਾ ਸੀ, ਉਸ ਤੋਂ ਬਾਅਦ ਉਸਨੂੰ ਨਵਾਂ ਜਾਂ ਭਰਨਾ ਹੋਵੇ ਜਾਂ ਇਸ ਦੇ ਵਿੱਚ ਪਾਣੀ ਹੋਰ ਪਾਉਣਾ ਹੋਵੇ, ਤਾਂ ਉਸ ਦੇ ਲਈ ਉਸਨੇ ਖੂਹ ਦਾ ਵੀ ਜਿਹੜਾ ਕਹਿ ਸਕਦੇ ਹਾਂ ਪ੍ਰਬੰਧ ਉਹ ਕੀਤਾ ਸੀਗਾ। ਤਲਾਅ ਦੇ ਵਿੱਚ ਉਤਰਨ ਦੇ ਲਈ, ਚੜ੍ਹਨ ਦੇ ਲਈ ਵੀ ਇਹਨਾਂ ਨੇ ਜਿਹੜਾ ਪੌੜੀਆਂ ਦਾ ਇਸਤੇਮਾਲ ਕੀਤਾ ਸੀ, ਤਾਂ ਕਿ ਕਿਸੇ ਨੂੰ ਕੋਈ ਪ੍ਰੋਬਲਮ ਜਿਹੜੀ ਆ ਉਹ ਨਾ ਆਵੇ। ਗੰਦੇ ਪਾਣੀ ਨੂੰ ਕੱਢਣ ਦੇ ਲਈ ਇਹਨਾਂ ਨੇ ਇੱਕ ਅਲੱਗ ਰਸਤਾ ਬਣਾਇਆ ਸੀ, ਜੇਕਰ ਪਾਣੀ ਜਦੋਂ ਗੰਦਾ ਹੋ ਜਾਂਦਾ ਸੀ, ਉਸਨੂੰ ਕੱਢਣ ਦੇ ਲਈ ਉਸ ਰਸਤੇ ਰਾਹੀਂ ਉਹ ਵਾਪਸ ਭੇਜਦੇ ਸੀਗੇ ਕਿਸੇ ਪਾਸੇ ਹੋਰ, ਠੀਕ ਹੈ, ਬਟ ਉਸ ਤੋਂ ਬਾਅਦ ਫਿਰ ਇਸ ਦੇ ਵਿੱਚ ਜਿਹੜਾ ਨਵਾਂ ਸਾਫ਼ ਪਾਣੀ ਉਹ ਪਾ ਦਿੱਤਾ ਜਾਂਦਾ ਸੀਗਾ। ਇਸ਼ਨਾਨ ਘਰ ਦੇ ਆਸੇ ਪਾਸੇ ਕਈ ਤਰ੍ਹਾਂ ਦੇ ਜਿਹੜੇ ਕਮਰੇ ਪਾਏ ਗਏ ਸੀ, ਜਿਨ੍ਹਾਂ ਤੋਂ ਇਸ ਚੀਜ਼ ਦਾ ਜਿਹੜਾ ਅੰਦਾਜ਼ਾ ਲਗਾਇਆ ਜਾਂਦਾ ਕਿ ਜਦੋਂ ਕਿਤੇ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਸੀਗਾ, ਤਾਂ ਉੱਥੇ ਬਹੁਤ ਸਾਰੇ ਜਦੋਂ ਲੋਕ ਇਕੱਠੇ ਹੁੰਦੇ ਸੀ, ਤਾਂ ਉਹ ਨਹਾਉਣ ਦੇ ਲਈ ਇਹਨਾਂ ਦੇ ਵਿੱਚ ਆਉਂਦੇ ਸੀ, ਤਾਂ ਫਿਰ ਇਹਨਾਂ ਕਮਰਿਆਂ ਦਾ ਜਿਹੜਾ ਉਹ ਇਸਤੇਮਾਲ ਕਰ ਸਕਦੇ ਸੀਗੇ। ਡਾਕਟਰ ਆਰ ਕੇ ਮੁਖਰਜੀ ਦੇ ਅਨੁਸਾਰ ਹੈ ਕਿ ਅਜਿਹੇ ਇਸ਼ਨਾਨ ਘਰ ਦੇ ਨਿਰਮਾਣ ਤੋਂ ਉਸ ਸਮੇਂ ਦੇ ਇੰਜੀਨੀਅਰ ਦੀ ਪ੍ਰਗਤੀ ਦਾ ਸਾਨੂੰ ਪਤਾ ਲੱਗਦਾ ਹੈ, ਯਾਨੀ ਕਿ ਕਿੰਨਾ ਡਿਵੈਲਪ ਸੀ ਉਹ ਸਿਸਟਮ, ਹੈ ਨਾ, ਕਿੰਨੇ ਉਹ ਫਾਰਵਰਡ ਸੀਗੇ, ਇਹ ਸਾਨੂੰ ਉਸ ਚੀਜ਼ ਤੋਂ ਪਤਾ ਲੱਗਦਾ, ਉਹਨਾਂ ਦੀ ਭਵਨ ਨਿਰਮਾਣ ਤੋਂ, ਉਹਨਾਂ ਦੇ ਇਸ ਤਰ੍ਹਾਂ ਦੀਆਂ ਜਿਹੜੀਆਂ ਕ੍ਰੀਏਟੀਵਿਟੀਆਂ ਸੀਗੀਆਂ। ਇਸ ਤੋਂ ਇਲਾਵਾ ਹੋਰ ਇਮਾਰਤਾਂ ਉਹਨਾਂ ਨੇ, ਜਿਨ੍ਹਾਂ ਤੋਂ ਸਾਨੂੰ ਉਹਨਾਂ ਦੀ ਜਿਹੜੀ ਜਾਣਕਾਰੀ ਮਿਲਦੀ ਹੈਗੀ, ਬਹੁਤ ਸਾਰੀਆਂ ਇਮਾਰਤਾਂ ਜਿਹੜੀਆਂ ਮਿਲੀਆਂ ਨੇਗੀਆਂ। ਸੋ ਇਹਨਾਂ ਦੇ ਵਿੱਚ ਬਹੁਤ ਸਾਰੇ ਸਰਕਾਰੀ ਦਫ਼ਤਰ ਹੋ ਗਏ ਜਾਂ ਮਹਿਲ ਹੋ ਗਏ, ਇਹ ਵੀ ਉਹਨਾਂ ਦੇ ਵਿੱਚ ਆ ਜਾਂਦੇ ਹੈਗੇ ਨੇਗੇ ਨਾ। ਔਰ ਮੋਹਨਜੋਦੜੋ, ਹੜੱਪਾ ਅਤੇ ਲੋਥਲ, ਇਹਨਾਂ ਦੇ ਵਿੱਚ ਗੋਦਾਮ ਘਰ ਵੀ ਮਿਲੇ ਹੈਗੇ ਨੇ। ਸੋ ਇਹ ਵੀ ਇੱਕ ਸਾਨੂੰ ਉੱਥੋਂ ਦੀ ਜਾਣਕਾਰੀ ਜਿਹੜੀ ਦਿੰਦੇ ਹੈਗੇ ਨੇ ਕਿ ਕਿਹੋ ਜਿਹਾ ਉਹਨਾਂ ਦਾ ਪ੍ਰਬੰਧ ਸੀ, ਹਰ ਇੱਕ ਚੀਜ਼ ਨੂੰ ਕਿਵੇਂ ਮੈਨੇਜ ਕਰਦੇ ਸੀ, ਠੀਕ ਹੈ। ਔਰ ਗੋਦਾਮਾਂ ਦੇ ਵਿੱਚ ਉਹਨਾਂ ਨੇ ਜ਼ਿਆਦਾਤਰ ਜਿਹੜਾ ਕਹਿ ਸਕਦੇ ਹੈਗੇ ਅਨਾਜ ਨੂੰ ਸੁਰੱਖਿਅਤ ਰੱਖਿਆ ਹੁੰਦਾ ਸੀਗਾ, ਅਤੇ ਯਾਤਰੀਆਂ ਦੀ ਸਹੂਲਤਾਵਾਂ ਦੇ ਲਈ ਸਰਾਵਾਂ, ਜਿਵੇਂ ਸਾਡੇ ਕੋਲ ਅੱਜ ਧਰਮਸ਼ਾਲਾ ਵਗੈਰਾ ਜਾਂ ਹੋਟਲਸ ਵਗੈਰਾ ਬਣੇ ਹੋਏ ਨੇ, ਹੈ ਨਾ, ਕਿ ਅਸੀਂ ਜਾਣਾ ਹੁਣ, ਤਾਂ ਉਸ ਸਮੇਂ ਦੇ ਵਿੱਚ ਇਹ ਚੀਜ਼ਾਂ ਉਹਨਾਂ ਨੇ ਬਣਾਈਆਂ ਹੋਈਆਂ ਸੀਗੀਆਂ ਕਿ ਜੇਕਰ ਕੋਈ ਵਿਅਕਤੀ ਸੈਲਾਨੀ ਜਿਹੜਾ ਦੂਰੋਂ ਆਉਂਦਾ, ਤਾਂ ਉਹ ਇਸ ਸਰਾਵਾਂ ਦੇ ਵਿੱਚ ਜਿਹੜੀ ਆਪਣੀ ਉਹ ਕਹਿ ਸਕਦੇ ਹਾਂ ਰਾਤ ਜਿਹੜੀ ਕੱਢ ਸਕਦਾ ਹੈ, ਅਤੇ ਅਨਾਜ ਦੀ ਜੇਕਰ ਘਾਟ ਪੈ ਜਾਂਦੀ ਤਾਂ ਉਹ ਗੋਦਾਮਾਂ ਦੇ ਵਿੱਚ ਉਸ ਅਨਾਜ ਨੂੰ ਜਿਹੜਾ ਯੂਜ਼ ਕਰ ਸਕਣਗੇ। ਅੱਗੇ ਆਉਂਦਾ ਹੈ ਨਾਲੀਆਂ ਦਾ ਪ੍ਰਬੰਧ, ਡਰੇਨੇਜ ਸਿਸਟਮ। ਸੇ ਵੀ ਇੱਕ ਬੜਾ ਵਧੀਆ ਪ੍ਰਬੰਧ ਸੀ ਉਹਨਾਂ ਦਾ, ਜਿਵੇਂ ਅਸੀਂ ਅੱਜ ਦੇ ਸਾਡੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਦੇਖਦੇ ਹਾਂ, ਤਾਂ ਘਰਾਂ ਦੀਆਂ ਜਿਹੜੀਆਂ ਨਾਲੀਆਂ ਹੁੰਦੀਆਂ ਸੀ, ਉਹ ਤਕਰੀਬਨ ਜਿਹੜੀਆਂ ਵੱਡੀਆਂ ਨਾਲੀਆਂ ਹੁੰਦੀਆਂ ਸੀਗੀਆਂ, ਜਿਹੜੀਆਂ ਮੇਨ ਨਾਲੀਆਂ ਹੁੰਦੀਆਂ ਸੀ, ਉਹਨਾਂ ਦੇ ਵਿੱਚ ਜਾ ਕੇ ਡਿੱਗਦੀਆਂ ਸੀ, ਅਤੇ ਸਾਰਾ ਜਿਹੜਾ ਗੰਦਾ ਪਾਣੀ ਹੁੰਦਾ ਸੀ, ਤਕਰੀਬਨ ਸ਼ਹਿਰ ਤੋਂ ਬਾਹਰ ਜਾ ਕੇ ਜਿਹੜਾ ਦਰਿਆ ਦੇ ਵਿੱਚ, ਵੱਡੇ ਦਰਿਆ ਦੇ ਵਿੱਚ ਜਾ ਕੇ ਡਿੱਗਦਾ ਹੁੰਦਾ ਸੀਗਾ, ਜਿੰਨਾ ਵੀ ਗੰਦਾ ਪਾਣੀ ਹੁੰਦਾ ਸੀਗਾ। ਔਰ ਨਾਲੀਆਂ ਜਿਹੜੀਆਂ ਹੁੰਦੀਆਂ ਸੀਗੀਆਂ ਨੇ, ਉਹ ਇੱਕ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਸੀ ਕਿ ਉਹਨਾਂ ਨੂੰ ਢੱਕਿਆ ਜਾਂਦਾ ਸੀ ਉੱਪਰੋਂ, ਜਿਵੇਂ ਸਾਡਾ ਅੱਜ ਸੀਵਰੇਜ ਸਿਸਟਮ ਹੁੰਦਾ ਹੈਗਾ ਗਾ ਨਾ, ਕਿ ਨੀਚੇ ਦੀ ਅਸੀਂ ਪਾ ਲੈਂਦੇ ਹੈਗੇ ਪਾਈਪ ਵਗੈਰਾ, ਤਾਂ ਉਹਨਾਂ ਨੇ ਇਸ ਤਰ੍ਹਾਂ ਦਾ ਬਣਾਇਆ ਸੀ ਕਿ ਉਹਨਾਂ ਨੂੰ ਇੱਟਾਂ ਦੇ ਨਾਲ ਉੱਪਰੋਂ ਢੱਕ ਦਿੰਦਾ ਸੀ, ਤਾਂ ਕਿ ਜਿਹੜਾ ਵੀ ਕਹਿ ਸਕਦੇ ਹਾਂ ਪਾਣੀ ਵਗੈਰਾ ਕਿਸੇ ਨੂੰ ਨਾ ਦਿਖਾਈ ਦੇ, ਬਟ ਜਦੋਂ ਸਫਾਈ ਕਰਨੀ ਹੋਵੇ ਤਾਂ ਉਹਨਾਂ ਇੱਟਾਂ ਨੂੰ ਪੱਟ ਕੇ ਉਸ ਨਾਲੀ ਦੀ ਜਿਹੜੀ ਉਹ ਸਫਾਈ ਵਗੈਰਾ ਕੀਤੀ ਜਾ ਸਕਦੀ ਹੋਵੇ। ਔਰ ਇੱਕ ਹੋਰ ਵਧੀਆ ਸਿਸਟਮ ਉਹਨਾਂ ਦੇ ਇਹ ਸੀਗਾ ਕਿ ਉਹਨਾਂ ਦੀ ਨਾਲੀਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਕੂੜਾ ਸੁੱਟਣ ਦੀ ਜਿਹੜੀ ਮਨਾਹੀ ਸੀਗੀ, ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ। ਅਗਰ ਕੋਈ ਇਸ ਤਰ੍ਹਾਂ ਦੀ ਐਕਟੀਵਿਟੀ ਕਰਦਾ ਸੀ, ਤਾਂ ਉਹਨਾਂ ਦੇ ਪ੍ਰਤੀ ਉਸਨੂੰ ਜਿਹੜਾ ਰਿਐਕਸ਼ਨ ਜਿਹੜਾ ਉਹਨਾਂ ਦੀ ਸਜ਼ਾ ਜਿਹੜੀ ਉਹ ਭੁਗਤਣੀ ਪੈਂਦੀ ਸੀਗੀ, ਕਿਉਂਕਿ ਅਗਰ ਕੂੜਾ ਵਗੈਰਾ ਸੁੱਟਿਆ ਜਾਊਗਾ ਤਾਂ ਜਿਹੜੀਆਂ ਨਾਲੀਆਂ ਬੰਦ ਹੋਣੀਆਂ, ਤਾਂ ਉਹ ਰਸਤੇ ਦੇ ਵਿੱਚੋਂ ਪਾਣੀ ਜਿਹੜਾ ਫਿਰ ਬਾਹਰ ਆ ਜਾਊਗਾ, ਜਿਸ ਕਰਕੇ ਸਾਰਾ ਸਿਸਟਮ ਜਿਹੜਾ ਉਹ ਖਰਾਬ ਹੋ ਜਾਂਦਾ ਹੈ ਨਾ, ਜਿਵੇਂ ਸੀਵਰੇਜ ਸਿਸਟਮ ਦੇ ਵਿੱਚ ਦੇਖਣ ਨੂੰ ਮਿਲਦਾ। ਅੱਗੇ ਆਉਂਦਾ ਹੈ ਸੜਕਾਂ, ਤਾਂ ਸੜਕਾਂ ਵੀ ਬੜੀਆਂ ਇੰਪੋਰਟੈਂਟ ਸੀਗੀਆਂ ਇਸ ਸਮੇਂ ਦੇ ਵਿੱਚ। ਸੋ ਇਹ ਸੜਕਾਂ ਜਿੰਨੀਆਂ ਹੁੰਦੀਆਂ ਸੀ, ਤਕਰੀਬਨ ਨਗਰ ਦੇ ਚਾਰੋਂ ਤਰਫ ਬਣਾਈਆਂ ਹੁੰਦੀਆਂ ਸੀ, ਜਿਵੇਂ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੈਗੇ ਹੋ ਨਾ, ਚਾਰੇ ਪਾਸੇ ਇਹ ਜਿਹੜੀ ਸੜਕ ਬਣੀ ਹੁੰਦੀ ਸੀਗੀ, ਅਤੇ ਬਹੁਤ ਸਾਰੀਆਂ ਜਿਹੜੀਆਂ ਚੌੜੀਆਂ ਹੁੰਦੀਆਂ ਸੀ, ਔਰ ਰੈਕਟੈਂਗਲ ਦੇ ਵਿੱਚ ਇਹ ਦੇਖਣ ਨੂੰ ਮਿਲਦੀਆਂ ਸੀਗੀਆਂ, ਜਿਵੇਂ ਇਸ ਤਰੀਕੇ ਦੇ ਨਾਲ, ਹੈ ਨਾ, ਜਿਵੇਂ ਅਸੀਂ ਚੰਡੀਗੜ੍ਹ ਦੀ ਜਿਹੜੀ ਪਲੈਨਿੰਗ ਦੇਖਦੇ ਹਾਂ, ਉਸ ਤਰੀਕੇ ਦੇ ਨਾਲ ਇਹ ਸੜਕਾਂ ਬਣੀਆਂ ਹੋਈਆਂ ਸੀ। ਇਹ ਨਹੀਂ ਸੀ ਕਿ ਜਿਵੇਂ ਅੱਜ ਦੀ ਤਰ੍ਹਾਂ ਸਾਡੀ ਕੋਈ ਸੜਕ ਨਾ ਇਸ ਤਰੀਕੇ ਦੇ ਨਾਲ ਜਾ ਰਹੀ ਹੈ, ਉਸ ਤਰੀਕੇ ਦੇ ਨਾਲ ਨਹੀਂ ਸੀਗੀ, ਇੱਕ ਰੈਕਟੈਂਗਲ ਦੇ ਉੱਪਰ ਜਿਹੜਾ ਇਹ ਕੱਟਦੀ ਹੁੰਦੀਆਂ ਸੀਗੀਆਂ ਕੋਨ ਦੇ ਉੱਪਰ।
ਸੜਕਾਂ ਦੀ ਜਿਹੜੀ ਚੌੜਾਈ ਸੀ ਉਹ ਤਕਰੀਬਨ 13 ਫੁੱਟ ਤੋਂ ਲੈ ਕੇ 34 ਫੁੱਟ ਤੱਕ ਦੀ ਰਹਿੰਦੀ ਸੀ। ਇਹ ਇੰਪੋਰਟੈਂਟ ਹੈ, ਸੋ ਇਸ ਪੁਆਇੰਟ ਨੂੰ ਜਿਹੜਾ ਤੁਸੀਂ ਨੋਟ ਕਰ ਲੈਣਾ ਹੈ। 13 ਤੋਂ 34 ਫੁੱਟ ਲੰਬੀਆਂ ਜਿਹੜੀਆਂ ਸੜਕਾਂ ਹੁੰਦੀਆਂ ਸੀਗੀਆਂ, ਚੌੜਾਈ ਦੇ ਵਿੱਚ ਸੌਰੀ। ਔਰ ਸੜਕਾਂ ਦੇ ਉੱਪਰ ਚੁਰਾਹੇ ਜਿਹੜੇ ਬਣਾਏ ਜਾਂਦੇ ਹੁੰਦੇ ਸੀਗੇ, ਔਰ ਸੜਕਾਂ ਇਸ ਤਰੀਕੇ ਦੇ ਨਾਲ ਬਣਾਈਆਂ ਜਾਂਦੀਆਂ ਸੀ ਕਿ ਉਹਨਾਂ ਦੇ ਉੱਪਰ ਜੇਕਰ ਕਿਸੇ ਪ੍ਰਕਾਰ ਦੀ ਕੋਈ ਗੰਦਗੀ ਪੈ ਵੀ ਜਾਂਦੀ ਹੈ ਤਾਂ ਉਹ ਆਟੋਮੈਟਿਕਲੀ ਜਦੋਂ ਕਿਤੇ ਹਵਾ ਚੱਲਦੀ ਸੀ ਉਹਦੇ ਨਾਲ ਆਪਣੇ ਆਪ ਜਿਹੜੀ ਉਹ ਸਾਫ਼ ਹੋ ਜਾਂਦੀ ਸੀ। ਇਹੋ ਜਿਹੀਆਂ ਸੜਕਾਂ ਉਹਨਾਂ ਦੀਆਂ ਜਿਹੜੀਆਂ ਕ੍ਰੀਏਟ ਕੀਤੀਆਂ ਹੋਈਆਂ ਸੀਗੀਆਂ। ਔਰ ਸੜਕਾਂ ਦੇ ਉੱਪਰ ਅੱਜ ਦੀ ਤਰ੍ਹਾਂ ਜਿਵੇਂ ਸਾਡੇ ਕੋਲ ਟਿਊਬ ਵਗੈਰਾ ਲੱਗੇ ਹੁੰਦੇ ਨੇ, ਉਸੇ ਤਰ੍ਹਾਂ ਦਾ ਉਹਨਾਂ ਨੇ ਸਿਸਟਮ ਕੀਤਾ ਹੋਇਆ ਸੀਗਾ। ਉਸ ਸਮੇਂ ਦੇ ਵਿੱਚ ਹੋਰ ਉਹਨਾਂ ਨੇ ਜਿਹੜੇ ਸਾਧਨ ਹੋਣਗੇ ਜਿਨ੍ਹਾਂ ਦੇ ਥਰੂ ਉਹ ਪ੍ਰਕਾਸ਼ ਜਿਹੜਾ ਪ੍ਰੋਵਾਈਡ ਕਰਦੇ ਹੋਣਗੇ, ਰੋਸ਼ਨੀ ਪ੍ਰੋਵਾਈਡ ਕਰਦੇ ਹੋਣਗੇ, ਤਾਂ ਉਹ ਚੀਜ਼ ਵੀ ਲੱਗੀ ਹੋਈ ਸੀ। ਅਗਰ ਕੋਈ ਰਾਤ ਬਰਾਤੇ ਜੇਕਰ ਜਾਣਾ ਚਾਹੁੰਦਾ ਹੈ ਤਾਂ ਉਹ ਉਸ ਲਾਈਟ ਦੇ ਥਰੂ, ਉਸ ਸੜਕ ਦੇ ਥਰੂ ਜਿਹੜਾ ਲਾਈਟਾਂ ਦੇ ਚਾਨਣ ਦੇ ਵਿੱਚ ਜਾ ਸਕਦਾ ਸੀਗਾ। ਟੈਕਨੋਲੋਜੀ ਦੇ ਪੱਖੋਂ ਕਹਿ ਸਕਦੇ ਹਾਂ ਕਿ ਕਾਫੀ ਵਾਸਟ ਸੀ, ਕਿਉਂਕਿ ਸਾਰਾ ਟੈਕਨੋਲੋਜੀ ਨਾਲ ਰਿਲੇਟਡ ਹੈ ਕਿ ਇੰਨਾ ਵਧੀਆ ਉਹਨਾਂ ਨੇ ਸਾਰਾ ਸਿਸਟਮ ਕੀਤਾ, ਉਹ ਟੈਕਨੋਲੋਜੀ ਦੇ ਥਰੂ ਹੀ ਕੀਤਾ ਹੋਊਗਾ। ਕੁਛ ਨਾ ਕੁਛ ਇਸ ਤਰ੍ਹਾਂ ਦਾ ਜ਼ਰੂਰ ਉਹਨਾਂ ਕੋਲ ਟੈਕਨੋਲੋਜੀ ਹੋਵੇਗੀ ਜਿਨ੍ਹਾਂ ਦੇ ਨਾਲ ਇੱਟਾਂ ਬਣਾਈਆਂ, ਨਾਲੀਆਂ ਬਣਾਈਆਂ, ਮੈਨੇਜਮੈਂਟ ਦੇਖਿਆ ਇੱਕ ਵਧੀਆ ਹੈ ਨਾ, ਰੈਕਟੈਂਗਲ ਦੇ ਵਿੱਚ ਸੜਕਾਂ ਬਣਾਈਆਂ, ਉਹ ਟੈਕਨੋਲੋਜੀ ਦੇ ਨਾਲ ਹੀ ਰਿਲੇਟਡ ਨੇ। ਬਟ ਅਸੀਂ ਕੁਛ ਗੱਲ ਕਰਾਂਗੇ ਕਿ ਉਹਨਾਂ ਦੀ ਜਿਹੜੀ ਟੈਕਨੋਲੋਜੀ ਉਹ ਤਕਰੀਬਨ ਅੱਜ ਦੀ ਸਾਇੰਸ ਦੇ ਨਾਲ ਮਿਲਦੀ ਜੁਲਦੀ ਜਿਹੜੀ ਕਹਿ ਸਕਦੇ ਹਾਂ, ਜਾਂ ਉਸ ਸਮੇਂ ਦੀ ਜਿਹੜੀ ਕਹਿ ਸਕਦੇ ਹਾਂ ਵਿਕਸਿਤ ਡਿਵੈਲਪਮੈਂਟ ਸੀਗੀ ਹੈ ਨਾ। ਔਰ ਉਹਨਾਂ ਦੇ ਵਿੱਚ ਕਹਿ ਸਕਦੇ ਹੈਗੇ ਹਾਂ ਟੈਕਨੋਲੋਜੀ ਨੂੰ ਲੈ ਕੇ ਜਿਵੇਂ ਮੋਹਰਾਂ ਅਤੇ ਮਣਕੇ ਬਣਾਉਣ ਦੀ ਜਿਹੜੀ ਕਲਾ ਸੀ, ਇਹ ਟੈਕਨੋਲੋਜੀ ਦੇ ਵਿੱਚ ਆਉਂਦੀ ਸੀ ਕਿ ਉਹ ਮਣਕੇ ਵੀ ਬਣਾ ਲੈਂਦੇ ਸਨ ਅਤੇ ਮੋਹਰਾਂ ਜਿਹੜੀਆਂ ਉਹ ਕ੍ਰੀਏਟ ਕਰ ਲੈਂਦੇ ਹੁੰਦੇ ਸੀਗੇ। ਸੋਨੇ, ਚਾਂਦੀ, ਕੀਮਤੀ ਪੱਥਰ ਅਤੇ ਤਾਂਬੇ ਦੇ ਉਹਨਾਂ ਨੇ ਅਜਿਹੇ ਤਰੀਕੇ ਦੇ ਨਾਲ ਮਣਕੇ ਤਿਆਰ ਕੀਤੇ ਹੋਏ ਸੀ ਕਿ ਹਰ ਇੱਕ ਦੇ ਦਿਲ ਨੂੰ ਜਿਹੜਾ ਉਹ ਭਾਵੁਕ ਕਰਦੇ ਸੀਗੇ ਕਿ ਇਹ ਬਹੁਤ ਵਧੀਆ ਚੀਜ਼ ਹੈਗੀ ਹੈ ਨਾ। ਉਹਨਾਂ ਨੇ ਲੱਕੜੀ ਦਾ ਕੰਮ ਕਰਨ ਦੇ ਲਈ ਖਾਸ ਕਿਸਮ ਦੀ ਜਿਹੜੀ ਉਹ ਆਰੀ ਵੀ ਬਣਾਈ ਹੋਈ ਸੀਗੀ। ਠੀਕ ਹੈ, ਤਾਂ ਆਰੀ ਜਿਹੜੀ ਸੀਗੀ ਉਸ ਚੀਜ਼ ਨੂੰ ਪ੍ਰਜੈਂਟ ਕਰਦੀ ਸੀਗੀ ਹੈ ਨਾ, ਕਿ ਵਾਕਈ ਹੀ ਉਹਨਾਂ ਨੂੰ ਇਸ ਚੀਜ਼ ਦਾ ਪੂਰਾ ਗਿਆਨ ਸੀਗਾ ਕਿ ਆਰੀ ਦੇ ਨਾਲ ਕਿਸੇ ਦਰਖਤ ਨੂੰ ਜਿਹੜਾ ਉਹ ਕੱਟਿਆ ਜਾ ਸਕਦਾ ਹੈਗਾ। ਸੋ ਹਥਿਆਰ ਵੀ ਉਹਨਾਂ ਨੇ ਬਹੁਤ ਸਾਰੇ ਜਿਹੜੇ ਬਣਾਏ ਸੀ, ਬਟ ਜ਼ਿਆਦਾ ਧਿਆਨ ਉਹਨਾਂ ਦਾ ਹਥਿਆਰ ਦੇ ਉੱਪਰ ਨਹੀਂ ਰਿਹਾ ਸੀ, ਕਿਉਂਕਿ ਉਹ ਜ਼ਿਆਦਾਤਰ ਜਿਹੜੇ ਉਹ ਅਮਨ ਪਸੰਦ ਲੋਕ ਸੀਗੇ, ਸੋ ਲੜਾਈਆਂ ਦੇ ਵਿੱਚ ਜ਼ਿਆਦਾ ਜਿਹੜਾ ਪਾਰਟੀਸਪੇਟ ਨਹੀਂ ਕਰਦੇ ਸੀ। ਬਟ ਫਿਰ ਵੀ ਉਹਨਾਂ ਕੋਲੇ ਕਾਫੀ ਸਾਰੇ ਜਿਹੜੇ ਹਥਿਆਰ ਸੀ, ਵੀ ਜਿਵੇਂ ਤਲਵਾਰਾਂ ਹੋ ਗਏ, ਬਰਛੇ ਹੋ ਗਏ, ਤੀਰ, ਕੁਹਾੜੀਆਂ, ਚਾਕੂ ਹੈ ਨਾ, ਇਹ ਪ੍ਰਮੁੱਖ ਸੀਗੇ ਉਹਨਾਂ ਦੇ ਕੋਲੇ। ਔਰ ਇਹ ਤਾਂਬੇ ਤੇ ਕਹੇ ਦੇ ਜਿਹੜੇ ਉਹ ਬਣੇ ਹੁੰਦੇ ਸੀਗੇ। ਤਾਂ ਸਿੱਧੂ ਘਾਟੀ ਦੀ ਜਿਹੜੀ ਸਭਿਅਤਾ ਸੀਗੀ ਉਹ ਤਕਨੀਕੀ ਪੱਖੋਂ ਜਾਂ ਤਕਨੀਕੀ ਵਿਗਿਆਨ ਪੱਖੋਂ ਮਿਸਰ ਅਤੇ ਬੇਬੀਲੋਨ ਦੇ ਜਿਹੜੇ ਲੋਕ ਸੀਗੇ ਉਹਨਾਂ ਦੇ ਨਾਲੋਂ ਕਾਫੀ ਅੱਗੇ ਸੀਗੀ। ਯਾਨੀ ਕਿ ਸਭ ਤੋਂ ਬੈਸਟ ਟੈਕਨੋਲੋਜੀ ਜਿਹੜੀ ਅਸੀਂ ਕਹਿ ਸਕਦੇ ਹਾਂ ਉਹ ਹਿੰਦੂ ਸਭਿਅਤਾ ਸਿੰਧੂ ਘਾਟੀ ਦੀ ਸਭਿਅਤਾ ਦੇ ਲੋਕਾਂ ਦੀ ਹੀ ਸੀਗੀ। ਆਰਥਿਕ ਜੀਵਨ ਅੱਗੇ ਆਉਂਦਾ ਹੈ ਕਿ ਜਿਹੜੇ ਇੰਡਸ ਸਿਵਲਾਈਜੇਸ਼ਨ ਦੇ ਲੋਕ ਸੀ ਉਹਨਾਂ ਦੀ ਆਰਥਿਕ ਲਾਈਫ ਜਿਹੜੀ ਉਹ ਕਿਹੋ ਜਿਹੀ ਸੀ, ਕਿਹੜੇ ਉਹਨਾਂ ਦੇ ਪ੍ਰਮੁੱਖ ਸਾਧਨ ਰਹੇ ਸੀ ਜਿਨ੍ਹਾਂ ਤੋਂ ਉਹਨਾਂ ਨੂੰ ਆਪਣੇ ਜੀਵਨ ਨੂੰ ਚੱਲਣ ਦੇ ਲਈ ਜਿਹੜੇ ਆਰਥਿਕ ਸਾਧਨ ਅਪਣਾਉਣੇ ਪੈਂਦੇ ਸੀਗੇ। ਸੋ ਪਹਿਲਾਂ ਸਭ ਤੋਂ ਪ੍ਰਮੁੱਖ ਸੀ ਉਹਨਾਂ ਦਾ ਖੇਤੀਬਾੜੀ। ਸੋ ਇਹ ਪ੍ਰਮੁੱਖ ਧੰਦਿਆਂ ਦੇ ਵਿੱਚ ਆਉਂਦਾ ਸੀਗਾ। ਸੋ ਸਿੱਧੂ ਘਾਟੀ ਦੇ ਲੋਕਾਂ ਦੀ ਮੁੱਖ ਅਰਨਿੰਗ ਦਾ ਜਿਹੜਾ ਸਾਧਨ ਸੀ ਜਾਂ ਮੁੱਖ ਜਿਹੜਾ ਧੰਦਾ ਸੀ ਇਹਨਾਂ ਦੇ ਵਿੱਚੋਂ ਉਹ ਖੇਤੀਬਾੜੀ ਦਾ ਹੀ ਸੀਗਾ। ਸੋ ਖੇਤੀਬਾੜੀ ਦੇ ਲਈ ਕੀ ਕਰਦੇ ਸੀਗੇ, ਜਦੋਂ ਫਸਲ ਦੀ ਬਿਜਾਈ ਕਰਦੇ ਤਾਂ ਉਸਦੇ ਲਈ ਉਸਨੂੰ ਪਾਣੀ ਦੀ ਜਿਹੜੀ ਜ਼ਰੂਰਤ ਪੈਂਦੀ ਸੀ, ਤਾਂ ਉਹ ਪਾਣੀ ਕੀ ਕਰਦੇ ਸੀ, ਜਿਹੜੇ ਹੜ੍ਹਾਂ ਦੇ ਪਾਣੀ ਦੇ ਨਾਲ ਜਾਂ ਵਰਖਾ ਦਾ ਜਿਹੜਾ ਪਾਣੀ ਹੁੰਦਾ ਸੀ ਉਸਨੂੰ ਬੰਨ੍ਹ ਮਾਰ ਕੇ ਜਿਹੜਾ ਰੋਕ ਲੈਂਦੇ ਸੀਗੇ, ਅਤੇ ਜਦੋਂ ਜਦੋਂ ਕਿਤੇ ਉਹਨਾਂ ਨੇ ਬਿਜਾਈ ਕਰਨੀ ਹੁੰਦੀ, ਪਾਣੀ ਦੀ ਜ਼ਰੂਰਤ ਹੁੰਦੀ ਕਿਸੇ ਖੇਤ ਨੂੰ, ਤਾਂ ਉਸ ਤੋਂ ਪਾਣੀ ਉਹ ਸਿੰਚਾਈ ਦੇ ਰੂਪ ਦੇ ਵਿੱਚ ਜਿਹੜਾ ਗ੍ਰਹਿਣ ਕਰ ਲੈਂਦੇ ਸੀਗੇ। ਔਰ ਉਹਨਾਂ ਕੋਲੇ ਪ੍ਰਮੁੱਖ ਤੌਰ ਦੇ ਉੱਪਰ ਖੇਤੀਬਾੜੀ ਨੂੰ ਲੈ ਕੇ ਹੈਰੋ ਵਰਗੇ ਜਿਹੜੇ ਸੰਦ ਉਹਨਾਂ ਨੇ ਬਣਾਏ ਹੋਏ ਸੀਗੇ। ਸੋ ਉਸ ਸਮੇਂ ਇਹ ਸੰਦ ਜਿਹੜੇ ਉਹ ਲੱਕੜੀ ਦੇ ਬਣਾਏ ਜਾਂਦੇ ਸੀਗੇ, ਜੋ ਕਿ ਕਹਿ ਸਕਦੇ ਹੈਗੇ ਆ ਨਾ, ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਉਹ ਖਰਾਬ ਹੋ ਗਏ ਮਿੱਟੀ ਦੇ ਵਿੱਚ ਰਹਿ ਕੇ ਹੈ ਨਾ, ਕਿਉਂਕਿ ਸੱਭਿਅਤਾ ਦੇ ਖਤਮ ਹੋਣ ਦੇ ਉੱਪਰ, ਇਸ ਲਈ ਉਹਨਾਂ ਦੀ ਜ਼ਿਆਦਾ ਜਿਹੜੇ ਉਹ ਵਜੂਦ ਨਹੀਂ ਮਿਲਦੇ ਹੈਗੇ ਗੇ। ਕਣਕ ਅਤੇ ਜੌਂ ਉਹਨਾਂ ਦੇ ਦੋ ਪ੍ਰਮੁੱਖ ਫਸਲਾਂ ਸੀਗੀਆਂ ਜਿਨ੍ਹਾਂ ਦੇ ਵਿੱਚ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਰਹਿੰਦਾ ਸੀ। ਇਹ ਮੁੱਖ ਫੂਡ ਦੇ ਵਿੱਚ ਵੀ ਉਹਨਾਂ ਦੇ ਸ਼ਾਮਲ ਆਉਂਦਾ ਸੀਗਾ। ਸੋ ਇਸ ਤੋਂ ਇਲਾਵਾ ਉਹ ਚੌਲ, ਚਾਵਲ, ਨਾਰੀਅਲ, ਖੰਜੂਰਾਂ ਅਤੇ ਸਬਜ਼ੀਆਂ ਇਹ ਵਗੈਰਾ ਇਹਨਾਂ ਫਸਲਾਂ ਦੀ ਵੀ ਜਿਹੜੀ ਉਹ ਬਿਜਾਈ ਕਰਦੇ ਸੀਗੇ, ਤਾਂ ਕਿ ਉਹ ਆਪਣੀਆਂ ਘਰੇਲੂ ਲੋੜਾਂ ਜਿਹੜੀਆਂ ਉਹ ਪੂਰਤੀਆਂ ਕਰ ਸਕਣ। ਖਾਣ ਪੀਣ ਦੇ ਪਦਾਰਥਾਂ ਤੋਂ ਇਲਾਵਾ ਉਸਦਾ ਪ੍ਰਮੁੱਖ ਯੋਗਦਾਨ ਕਪਾਹ ਦੇ ਵਿੱਚ ਵੀ ਰਿਹਾ ਸੀ, ਔਰ ਕਪਾਹ ਦੇ ਥਰੂ ਉਹ ਆਪਣੇ ਜਿਹੜੇ ਕੱਪੜਿਆਂ ਨੂੰ ਤਿਆਰ ਕਰਨ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਸੀਗੇ। ਔਰ ਕਪਾਹ ਦੀ ਉਪਜ ਲਈ ਸਿੰਧ ਘਾਟੀ ਦੀ ਸਭਿਅਤਾ ਸੀ ਜਿਹੜੀ ਉਹ ਪੂਰੇ ਵਿਸ਼ਵ ਦੇ ਵਿੱਚ ਉਸ ਸਮੇਂ ਪ੍ਰਸਿੱਧ ਸੀਗੀ, ਕਿਉਂਕਿ ਸਿਰਫ ਅਤੇ ਸਿਰਫ ਸਿੱਧੂ ਘਾਟੀ ਦੇ ਲੋਕ ਹੀ ਖੇਤੀਬਾੜੀ ਦੇ ਨਾਲ ਜਿਹੜਾ ਉਹ ਜ਼ਿਆਦਾ ਜੁੜੇ ਹੋਏ ਸੀਗੇ, ਅਤੇ ਕਪਾਹ ਤੋਂ ਉਹ ਕੱਪੜਾ ਜਿਹੜਾ ਤਿਆਰ ਕਰਦੇ ਸੀ, ਜਿਹੜੇ ਕਿ ਲੋਕਾਂ ਦੇ ਲਈ ਇੱਕ ਵਸਤਰ ਦੇ ਰੂਪ ਦੇ ਵਿੱਚ ਜਿਹੜਾ ਇਸਤੇਮਾਲ ਕੀਤਾ ਜਾਂਦਾ ਸੀ ਨਾ। ਦੂਸਰਾ ਧੰਦਾ ਉਹਨਾਂ ਦਾ ਪਸ਼ੂ ਪਾਲਣ ਆ ਜਾਂਦਾ ਸੀਗਾ। ਸੋ ਖੇਤੀਬਾੜੀ ਤੋਂ ਬਾਅਦ ਇਸ ਦੇ ਵਿੱਚ ਕਾਫੀ ਸਾਰੇ ਜਿਹੜੇ ਪਸ਼ੂਆਂ ਨੂੰ ਉਹ ਪਾਲਦੇ ਸੀ, ਪਾਲਤੂ ਰੂਪ ਦੇ ਵਿੱਚ ਪਾਲ ਕੇ ਰੱਖਦੇ ਸੀਗੇ, ਜਿਵੇਂ ਕਿ ਹਾਥੀ ਹੋ ਗਿਆ, ਊਠ ਹੋ ਗਿਆ, ਸੂਰ, ਭੇਡ, ਬੱਕਰੀ, ਕੁੱਤੇ, ਇਹਨਾਂ ਨੂੰ ਪਾਲਦੇ ਸੀ ਤਾਂ ਕਿ ਉਹ ਇਹਨਾਂ ਤੋਂ ਕਈ ਸਾਰੇ ਜਿਹੜੇ ਉਹ ਕੰਮ ਲੈ ਸਕਣ ਹੈ ਨਾ, ਜਿਵੇਂ ਭਾਰ ਢੋਣ ਦੇ ਲਈ, ਠੀਕ ਹੈ, ਜਾਂ ਦੁੱਧ ਦੇ ਲਈ ਪਸ਼ੂਆਂ ਤੋਂ ਦੁੱਧ ਪ੍ਰਾਪਤ ਕਰਦੇ ਸੀ, ਅਤੇ ਫਿਰ ਦੁੱਧ ਤੋਂ ਬਾਅਦ ਹੋਰ ਬਹੁਤ ਸਾਰੇ ਜਿਵੇਂ ਘਿਓ ਵਗੈਰਾ, ਮੱਖਣ ਵਰਗਾ ਹੈ ਨਾ, ਜਿਹੜੇ ਸ਼ਬਦ ਕਹਿ ਸਕਦੇ ਹਾਂ ਫੂਡ ਉਹ ਤਿਆਰ ਕਰਦੇ ਸੀ, ਜਿਹੜੀਆਂ ਕਿ ਉਹਨਾਂ ਦੀ ਡੇਲੀ ਦੀਆਂ ਨੀਡਸ ਨੂੰ ਪੂਰੀਆਂ ਕਰਦੇ ਸੀਗੇ।
ਪਸ਼ੂਆਂ ਦੇ ਚਮੜੇ ਤੇ ਹੱਡੀਆਂ ਤੋਂ ਵੀ ਬਹੁਤ ਸਾਰੀਆਂ ਜਿਹੜੀਆਂ ਵਸਤੂਆਂ ਬਣਾਈਆਂ ਜਾਂਦੀਆਂ ਸੀ, ਵਸਤਰ ਬਣਾਏ ਜਾਂਦੇ ਸੀਗੇ, ਹੈ ਨਾ। ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਤਿਆਰ ਕੀਤੀਆਂ ਜਾਂਦੀਆਂ ਸੀ, ਸੋ ਇਹਨਾਂ ਨੂੰ ਪਸ਼ੂ ਪਾਲਣ ਦੇ ਨਾਲ ਜਿਹੜਾ ਉਹ ਜੋੜਿਆ ਗਿਆ ਸੀ। ਇਸ ਕਰਕੇ ਇਹ ਵੀ ਇੱਕ ਪ੍ਰਮੁੱਖ ਧੰਦਾ ਸੀਗਾ ਖੇਤੀਬਾੜੀ ਤੋਂ ਬਾਅਦ ਇੰਡੀਅਨ ਸਿਵਲਾਈਜੇਸ਼ਨ ਦਾ। ਤੀਸਰਾ ਆਉਂਦਾ ਹੈ ਟ੍ਰੇਡ। ਸੋ ਆਰਥਿਕ ਰੂਪ ਦੇ ਵਿੱਚ ਤੀਸਰਾ ਸਭ ਤੋਂ ਇੰਪੋਰਟੈਂਟ ਪਾਰਟ ਆ ਜਾਂਦਾ ਹੈ ਵਪਾਰ, ਕਿ ਉਹਨਾਂ ਦਾ ਵਪਾਰ ਕਿਹੋ ਜਿਹਾ ਸੀਗਾ ਜਾਂ ਕਿਸ ਚੀਜ਼ ਨੂੰ ਲੈ ਕੇ ਸੀਗਾ। ਤਾਂ ਸਿੰਧ ਘਾਟੀ ਦੇ ਲੋਕ ਸੀਗੇ ਜਿਹੜੇ ਉਹ ਵਪਾਰ ਪੱਖੋਂ ਕਾਫੀ ਉੱਨਤ ਜਿਹੜੇ ਮੰਨੇ ਜਾਂਦੇ ਸੀ ਉਸ ਸਮੇਂ ਦੇ ਵਿੱਚ, ਕਿਉਂਕਿ ਬਹੁਤ ਸਾਰੇ ਦੇਸ਼ਾਂ ਦੇ ਨਾਲ ਉਹਨਾਂ ਦਾ ਜਿਹੜਾ ਉਹ ਵਪਾਰ ਸੀਗਾ। ਬਾਹਰੋਂ ਬਹੁਤ ਸਾਰੀਆਂ ਚੀਜ਼ਾਂ ਉਹ ਮੰਗਵਾਉਂਦੇ ਸੀ ਅਤੇ ਬਾਹਰੋਂ ਨੂੰ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਭੇਜਦੇ ਵੀ ਹੁੰਦੇ ਸੀਗੇ। ਵਿਦੇਸ਼ਾਂ ਦੇ ਵਿੱਚ ਖਾਸ ਤੌਰ ਦੇ ਉੱਪਰ ਉਸਦਾ ਵਪਾਰ ਜਿਹੜਾ ਉਹ ਸਮੇਰ, ਮਿਸਰ ਅਤੇ ਮੈਸੋਪੋਟਾਮੀਆ ਦੇ ਨਾਲ ਜਿਹੜਾ ਹੁੰਦਾ ਸੀਗਾ। ਇਹ ਪ੍ਰਮੁੱਖ ਸੀਗੇ ਕੰਟਰੀਆਂ ਜਿਨ੍ਹਾਂ ਦੇ ਨਾਲ ਉਹਨਾਂ ਦਾ ਵਪਾਰ ਹੁੰਦਾ ਸੀ। ਵਿਦੇਸ਼ਾਂ ਤੋਂ ਤਕਰੀਬਨ ਉਹ ਸੋਨਾ, ਚਾਂਦੀ, ਹਾਰ ਸ਼ਿੰਗਾਰ ਦੇ ਜਾਂ ਕੀਮਤੀ ਪੱਥਰ ਜਿਹੜੇ ਉਹਨਾਂ ਨੂੰ ਆਜ਼ਾਦ ਕਰਦੇ ਸੀ। ਆਜ਼ਾਦ ਮਤਲਬ ਕਿ ਵਿਦੇਸ਼ਾਂ ਤੋਂ ਮੰਗਾਈ ਜਾਣ ਵਾਲੀ ਚੀਜ਼, ਹੈ ਨਾ, ਉਹਨਾਂ ਤੋਂ ਲਈ ਜਾਣ ਵਾਲੀ ਚੀਜ਼। ਸੋ ਇਹ ਚੀਜ਼ਾਂ ਉਹ ਜਿਹੜੀਆਂ ਸੁਮੇਰ, ਮਿਸਰ ਅਤੇ ਮੈਸੋਪੋਟਾਮੀਆ ਤੋਂ ਮੰਗਵਾਉਂਦੇ ਹੁੰਦੇ ਸੀਗੇ। ਔਰ ਵਿਦੇਸ਼ਾਂ ਨੂੰ ਕਾਫੀ ਮਾਤਰਾ ਦੇ ਵਿੱਚ ਉਹ ਸੂਤੀ ਕੱਪੜਾ, ਗਹਿਣਾ, ਮੋਤੀ ਅਤੇ ਹਾਥੀ ਦੰਦ ਤੋਂ ਬਣੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਉਸਨੂੰ ਜਿਹੜਾ ਨਿਰਯਾਤ ਕੀਤਾ ਜਾਂਦਾ ਸੀਗਾ ਇਸ ਦੇ ਵਿੱਚ। ਇਸ ਤੋਂ ਇਲਾਵਾ ਲੰਗੂਰ, ਬਾਂਦਰ ਅਤੇ ਮੋਰ ਉਹ ਵੀ ਜਿਹੜੇ ਇੰਡਸ ਸਿਵਲਾਈਜੇਸ਼ਨ ਬਾਕੀ ਦੇ ਜਿਹੜੀਆਂ ਕੰਟਰੀਆਂ ਸੀ ਉਹਨਾਂ ਦੇ ਵਿੱਚ ਭੇਜਦੀ ਹੁੰਦੀ ਸੀ, ਕਿਉਂਕਿ ਇਹਨਾਂ ਦੀ ਵੀ ਜਿਹੜੀ ਉਸ ਸਮੇਂ ਡਿਮਾਂਡ ਰਹਿੰਦੀ ਹੁੰਦੀ ਸੀਗੀ। ਵਪਾਰ ਜਿਹੜਾ ਉਹ ਤਕਰੀਬਨ ਦੋਨਾਂ ਮਾਰਗਾਂ ਰਾਹੀਂ ਹੁੰਦਾ ਸੀਗਾ, ਨਦੀਆਂ ਰਾਹੀਂ ਵੀ ਹੁੰਦਾ ਸੀ ਅਤੇ ਥਲ ਰਾਹੀਂ ਵੀ ਹੁੰਦਾ ਸੀਗਾ। ਸੋ ਇਹ ਦੋਨਾਂ ਚੀਜ਼ਾਂ ਦਾ ਜਿਹੜਾ ਉਸ ਸਮੇਂ ਇਸਤੇਮਾਲ ਕੀਤਾ ਜਾਂਦਾ ਸੀਗਾ। ਪ੍ਰਮੁੱਖ ਜਿਹੜੀ ਚੀਜ਼ ਇੱਥੇ ਹੈ ਕਿ ਬੈਲ ਗੱਡੀ ਮਾਲ ਜਿਹੜਾ ਉਹ ਮਾਲ ਢੋਣ ਦੇ ਲਈ ਸਭ ਤੋਂ ਮੁੱਖ ਸਾਧਨ ਇਸ ਸਮੇਂ ਦੇ ਵਿੱਚ ਮੰਨਿਆ ਜਾਂਦਾ ਸੀਗਾ। ਜਿੰਨਾ ਵੀ ਮਾਲ ਆਉਂਦਾ ਸੀਗਾ ਉਸਨੂੰ ਇਸੇ ਬੈਲ ਗੱਡੀ ਦੇ ਮਾਲ ਰਾਹੀਂ ਜਿਹੜਾ ਢੋ ਕੇ ਇੱਕ ਇਲਾਕੇ ਤੋਂ ਦੂਸਰੇ ਇਲਾਕੇ ਦੇ ਵਿੱਚ ਪਹੁੰਚਾਇਆ ਜਾਂਦਾ ਸੀਗਾ। ਰਾਜਸਥਾਨ, ਮੈਸੂਰ ਅਤੇ ਦੱਖਣੀ ਭਾਰਤ ਤੋਂ ਸਿੰਧ ਘਾਟੀ ਦੀ ਸੱਭਿਅਤਾ ਦੇ ਲੋਕ ਜਿਹੜਾ ਉਹ ਸੰਗਮਰਮਰ, ਚਾਂਦੀ ਅਤੇ ਸੋਨਾ ਜਿਹੜਾ ਉਹ ਹਾਸਿਲ ਕਰਦੇ ਸੀਗੇ, ਜਿਹੜੇ ਕਿ ਬਾਕੀ ਦੇ ਇਲਾਕਿਆਂ ਦੇ ਵਿੱਚ ਵੀ ਉਹ ਅੱਗੇ ਨਿਰਯਾਤ ਕਰਦੇ ਸੀਗੇ। ਕਸ਼ਮੀਰ ਤੋਂ ਉਹ ਦੇਵਦਾਰ ਦੀ ਲੱਕੜੀ ਅਤੇ ਸ਼ਿਲਾਜੀਤ ਜਿਹੜੇ ਉਹ ਮੰਗਵਾਉਂਦੇ ਹੁੰਦੇ ਸੀਗੇ। ਸੋ ਇਹ ਕੁਝ ਇਲਾਕੇ ਨੇ ਜਿਨ੍ਹਾਂ ਦੇ ਵਿੱਚੋਂ ਖਾਸ ਚੀਜ਼ਾਂ ਉਹਨਾਂ ਵੱਲੋਂ ਮੰਗਵਾਈਆਂ ਜਾਂਦੀਆਂ ਸੀ। ਸੋ ਇਹ ਵੀ ਇੰਪੋਰਟੈਂਟ ਹੈਗਾ ਗਾ। ਇਸ ਤੋਂ ਇਲਾਵਾ ਹੋਰ ਧੰਦੇ ਉਹਨਾਂ ਦੀ ਗੱਲ ਕਰੀਏ ਤਾਂ ਕੱਪੜੇ, ਗਹਿਣੇ, ਭਾਂਡੇ, ਖਿਡੌਣੇ, ਮੂਰਤੀਆਂ ਬਣਾਉਣ ਦਾ ਪ੍ਰਮੁੱਖ ਉਹਨਾਂ ਦਾ ਕੰਮ ਰਿਹਾ ਸੀ। ਇਸ ਤੋਂ ਇਲਾਵਾ ਇਹ ਮਿੱਟੀ ਦਾ ਜ਼ਿਆਦਾਤਰ ਜਿਹੜਾ ਕੰਮ ਕਰਦੇ ਸੀ, ਢੰਡੋਰੇ ਵਗੈਰਾ ਬਣਾਉਂਦੇ ਸੀ, ਇਹ ਵੀ ਉਹਨਾਂ ਦੇ ਮੁੱਖ ਕੰਮਾਂ ਦੇ ਵਿੱਚ ਹੀ ਆ ਜਾਂਦਾ ਸੀ। ਨੈਕਸਟ ਆਉਂਦਾ ਹੈ ਧਾਰਮਿਕ ਜੀਵਨ। ਉਹਨਾਂ ਦਾ ਧਾਰਮਿਕ ਜੀਵਨ ਜਿਹੜਾ ਉਹ ਕਿਹੋ ਜਿਹਾ ਸੀਗਾ। ਸਿੰਧ ਘਾਟੀ ਦੀ ਸੱਭਿਅਤਾ ਦੇ ਲੋਕ ਜਿਹੜੇ ਉਹ ਧਾਰਮਿਕ ਪੱਖੋਂ ਵੀ ਕਾਫੀ ਜਿਹੜੇ ਉੱਨਤ ਸੀਗੇ। ਧਰਮ ਨੂੰ ਲੈ ਕੇ ਲੜਾਈ ਝਗੜਾ ਜਿਹੜਾ ਉਹਨਾਂ ਦੇ ਵਿੱਚ ਨਹੀਂ ਮਿਲਦਾ ਸੀਗਾ। ਸੋ ਇੱਕ ਸ਼ਾਂਤੀ ਪਸੰਦ ਜਿਹੜੇ ਲੋਕ ਸੀਗੇ, ਹੈ ਨਾ। ਸੋ ਇਸ ਨੂੰ ਲੈ ਕੇ ਵੀ ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ। ਸੋ ਪ੍ਰਮੁੱਖ ਇਹਨਾਂ ਦੇ ਵਿੱਚ ਕਿ ਦੇਵੀ ਮਾਂ ਦੀ ਪੂਜਾ ਕਰਦੇ ਸੀਗੇ। ਸੋ ਸਿੰਧੂ ਘਾਟੀ ਦੀ ਸੱਭਿਅਤਾ ਦੇ ਲੋਕ ਜਿਹੜੇ ਸਭ ਤੋਂ ਵੱਧ ਜਿਹੜੀ ਆ ਉਹ ਦੇਵੀਆਂ ਦੀ ਪੂਜਾ ਕਰਦੇ ਸੀਗੇ। ਸੋ ਇਹ ਵੀ ਇੰਪੋਰਟੈਂਟ ਕੁਐਸਚਨ ਹੈ ਕਿ ਸਿੰਧੂ ਘਾਟੀ ਦੀ ਸੱਭਿਅਤਾ ਦੇ ਲੋਕ ਕਿਹਦੀ ਪੂਜਾ ਸਭ ਤੋਂ ਜ਼ਿਆਦਾ ਕਰਦੇ ਸੀ, ਤਾਂ ਸਿੰਧੂ ਘਾਟੀ ਦੇ ਲੋਕ ਜਿਹੜੇ ਉਹ ਦੇਵੀਆਂ ਦੀ ਜਿਹੜੀ ਪੂਜਾ ਉਹ ਸਭ ਤੋਂ ਜ਼ਿਆਦਾ ਕਰਦੇ ਸੀ। ਇਹ ਇੱਕ ਜਿਹੜੀ ਕਹਿ ਸਕਦੇ ਹਾਂ ਮਿੱਟੀ ਦੀ ਬਣੀ ਹੋਈ ਮੂਰਤੀ ਮਿਲੀ ਸੀਗੀ ਦੇਵੀ ਦੀ। ਸੋ ਇਸ ਗੱਲ ਖੁਦਾਈ ਤੋਂ ਇਸ ਚੀਜ਼ ਦਾ ਇਹ ਕਹਿ ਸਕਦੇ ਹੈਗੇ ਹਾਂ, ਪਤਾ ਲੱਗਦਾ ਹੈਗਾ ਗਾ ਕਿ ਜਿੰਨੀਆਂ ਵੀ ਮੂਰਤੀਆਂ ਜਿਹੜੀਆਂ ਮਿਲੀਆਂ ਨੇ ਉਹ ਤਕਰੀਬਨ ਜਿਹੜੀਆਂ ਹੈਗੀਆਂ ਨੇ ਦੇਵੀ ਮਾਂ ਦੀਆਂ ਮਿਲੀਆਂ ਨੇ। ਚਾਹੇ ਉਹ ਮੂਰਤੀਆਂ ਹੋਣ, ਚਾਹੇ ਮੋਹਰਾਂ ਹੋਣ, ਚਾਹੇ ਉਹ ਤਵੀਜ਼ ਹੋਣ, ਇਹਨਾਂ ਦੇ ਉੱਪਰ ਸਾਰਿਆਂ ਦੇ ਉੱਪਰ ਹੀ ਦੇਵੀ ਮਾਤਾ ਦੀ ਜਿਹੜੀ ਪਿਕਚਰ ਉਹ ਪ੍ਰਜੈਂਟ ਕੀਤੀ ਹੈ। ਸੋ ਇਸੇ ਚੀਜ਼ ਤੋਂ ਅੰਦਾਜ਼ਾ ਲਾਇਆ ਜਾਂਦਾ ਕਿ ਜ਼ਿਆਦਾ ਪੂਜਾ ਜਿਹੜੀ ਉਹ ਦੇਵੀ ਦੀ ਕਰਦੇ ਹੁੰਦੇ ਸੀਗੇ। ਔਰ ਕਈ ਮੂਰਤੀਆਂ ਦੇ ਉੱਪਰ ਧੂਏ ਦੇ ਜਿਹੜੇ ਨਿਸ਼ਾਨ ਮਿਲਦੇ ਨੇ, ਜਿਸ ਤੋਂ ਇਹ ਵੀ ਸਿੱਟਾ ਨਿਕਲਦਾ ਹੈ ਕਿ ਦੇਵੀ ਮਾਤਾ ਨੂੰ ਖੁਸ਼ ਕਰਨ ਦੇ ਲਈ ਜਾਂ ਪੂਜਾ ਕਰਨ ਦੇ ਲਈ ਤੇਲ ਵਗੈਰਾ ਜਾਂ ਧੂਪ ਬੱਤੀ ਦੀ ਵੀ ਜਿਹੜੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਸੀਗੀ। ਔਰ ਦੇਵੀ ਮਾਂ ਨੂੰ ਉਸ ਸਮੇਂ ਸ਼ਕਤੀ ਦਾ ਜਿਹੜਾ ਪ੍ਰਤੀਕ ਸਮਝਿਆ ਜਾਂਦਾ ਸੀਗਾ ਕਿ ਸ਼ਕਤੀ ਦੇ ਨਾਲ ਜਿਹੜਾ ਇਸ ਤੋਂ ਆਪਾਂ ਕੁਛ ਵੀ ਜਿਹੜਾ ਹਾਸਲ ਕਰ ਸਕਦੇ ਹੈਗੇ। ਦੂਸਰਾ ਪੁਆਇੰਟ ਆ ਜਾਂਦਾ ਹੈ ਕਿ ਸ਼ਿਵ ਦੀ ਪੂਜਾ। ਸੋ ਸਿੰਧੂ ਘਾਟੀ ਦੇ ਲੋਕ ਦੂਸਰੇ ਰੂਪ ਦੇ ਵਿੱਚ ਸਭ ਤੋਂ ਪਹਿਲਾਂ ਦੇਵੀਆਂ ਸੀ, ਇਸ ਤੋਂ ਬਾਅਦ ਸ਼ਿਵ ਦੀ ਜਿਹੜੀ ਪੂਜਾ ਉਹ ਵੱਧ ਕਰਦੇ ਹੁੰਦੇ ਸੀਗੇ। ਸੋ ਇਹ ਦੇਵਤਾ ਜਿਹੜਾ ਕਾਫੀ ਪ੍ਰਚਲਿਤ ਸੀਗਾ ਉਸ ਸਮੇਂ ਦੇ ਵਿੱਚ ਲੋਕਾਂ ਦੇ ਵਿੱਚ, ਠੀਕ ਹੈ। ਔਰ ਇਹਨਾਂ ਦੇ ਵਿੱਚ ਇਸਨੂੰ ਦੇਵ ਨੂੰ ਯੋਗ ਦੀ ਸਥਿਤੀ ਦੇ ਵਿੱਚ, ਸਮਾਧੀ ਦੇ ਵਿੱਚ ਲੀਨ ਜਿਹੜਾ ਦਿਖਾਇਆ ਗਿਆ ਹੈਗਾ ਗਾ। ਔਰ ਇਸਦੇ 3 ਮੂੰਹ ਜਿਹੜੇ ਉਹ ਦੱਸੇ ਗਏ ਹੈਗੇ ਨੇਗੇ, ਪਿਕਚਰ ਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਆ। ਔਰ ਆਲੇ ਦੁਆਲੇ ਇਸਦੇ ਬਹੁਤ ਸਾਰੇ ਜਿਹੜੇ ਪਸ਼ੂ ਆ ਜਿਹੜੇ ਉਹ ਦਿਖਾਏ ਗਏ ਹੈਗੇ ਨੇ। ਔਰ ਇਹਨਾਂ ਨੂੰ ਦੇਖ ਕੇ ਹੀ ਇਤਿਹਾਸਕਾਰ ਇਸ ਚੀਜ਼ ਦਾ ਜਾਂ ਇਸ ਚੀਜ਼ ਦਾ ਅੰਦਾਜ਼ਾ ਲਗਾਉਂਦੇ ਹੈਗੇ ਨੇ ਜੀ ਕਿ ਇਹ ਦੇਵਤਾ ਜਿਹੜਾ ਉਹ ਸ਼ਿਵ ਦਾ ਰੂਪ ਹੈ, ਜਾਣੀ ਕਿ ਇਸਨੂੰ ਸ਼ਿਵ ਜਿਹੜਾ ਉਸ ਸਮੇਂ ਕਿਹਾ ਜਾਂਦਾ ਸੀਗਾ। ਇਸ ਨੂੰ ਤ੍ਰਿਮੁਖੀ, ਪਸ਼ੂਪਤੀ, ਯੋਗੇਸ਼ਵਰ ਇਹਨਾਂ 3 ਨਾਵਾਂ ਦੇ ਨਾਮ ਨਾਲ ਜਾਣਿਆ ਜਾਂਦਾ ਸੀਗਾ। ਸੋ ਕੋਈ ਵੀ ਨਾਮ ਇਹਨਾਂ ਦੇ ਵਿੱਚੋਂ ਪੁੱਛਿਆ ਜਾ ਸਕਦਾ ਹੈ ਤੇ ਪ੍ਰਮੁੱਖ ਦੇਵਤਾ ਜਿਹੜਾ ਉਹ ਪੁੱਛਿਆ ਜਾ ਸਕਦਾ ਹੈਗਾ। ਤੀਸਰਾ ਹੈ ਪਸ਼ੂਆਂ ਅਤੇ ਰੁੱਖਾਂ ਦੀ ਪੂਜਾ। ਸੋ ਸਿੰਧ ਘਾਟੀ ਦੇ ਲੋਕ ਸੀਗੇ ਜਿਹੜੇ ਉਹ ਪਸ਼ੂ ਤੇ ਰੁੱਖਾਂ ਦੀ ਵੀ ਜਿਹੜੀ ਪੂਜਾ ਕਰਦੇ ਹੁੰਦੇ ਸੀਗੇ। ਸੋ ਇਸ ਚੀਜ਼ ਨੂੰ ਉਹ ਮੰਨਦੇ ਸੀਗੇ ਕਿ ਜਿਹੜੇ ਕਹਿ ਸਕਦੇ ਹਾਂ ਕਿ ਰੁੱਖ ਤੇ ਪਸ਼ੂ ਜਿਹੜੇ ਉਹ ਦੇਵਤਿਆਂ ਦੇ ਜਿਹੜਾ ਕਹਿ ਸਕਦੇ ਹਾਂ ਘਰ ਨੇ। ਸੋ ਇਸ ਕਰਕੇ ਇਹਨਾਂ ਦੀ ਪੂਜਾ ਕਰਨੀ ਜ਼ਰੂਰੀ ਹੈ। ਸੋ ਜਿੰਨੀਆਂ ਵੀ ਮੋਹਰਾਂ, ਮੂਰਤੀਆਂ ਜਾਂ ਪਿਕਚਰ ਦੀਵਾਰਾਂ ਦੇ ਉੱਪਰ ਬਣੀਆਂ ਨੇ ਉਹਨਾਂ ਦੇ ਉੱਪਰ ਦਰੱਖਤਾਂ ਅਤੇ ਪਸ਼ੂਆਂ ਦੀਆਂ ਵੀ ਜਿਹੜੀਆਂ ਇਮਾਰਤਾਂ ਦੇ ਉੱਪਰ ਫੋਟੋਆਂ ਮਿਲੀਆਂ ਨੇ, ਜਿਨ੍ਹਾਂ ਦੇ ਆਧਾਰ ਦੇ ਉੱਪਰ ਅਸੀਂ ਕਹਿ ਸਕਦੇ ਹਾਂ ਕਿ ਲੋਕ ਸੀਗੇ ਜਿਹੜੇ ਉਹ
ਪਸ਼ੂ ਵਗੈਰਾ ਦੀਆਂ ਜਾਂ ਦਰਖਤਾਂ ਦੀਆਂ ਵੀ ਜਿਹੜੀਆਂ ਉਹ ਪੂਜਾ ਕਰਦੇ ਹੁੰਦੇ ਸੀ। ਸੋ ਪੂਜਾ ਕਰਨ ਵਾਲੇ ਮੁੱਖ ਜਿਹੜੇ ਪਸ਼ੂ ਸੀ ਇਹਨਾਂ ਦੇ ਵਿੱਚ ਹਾਥੀ, ਗੈਂਡਾ, ਝੋਟਾ, ਚੀਤਾ ਤੇ ਸਾਨ, ਇਹਨਾਂ ਦੀ ਜਿਹੜੀ ਪ੍ਰਮੁੱਖ ਤੌਰ ਦੇ ਉੱਪਰ ਉਸ ਸਮੇਂ ਪੂਜਾ ਕੀਤੀ ਜਾਂਦੀ ਸੀ। ਅਤੇ ਇਸ ਤੋਂ ਇਲਾਵਾ ਰੁੱਖਾਂ ਦੀ ਵੀ ਜਿਹੜੀ ਪੂਜਾ ਉਹ ਕਰਦੇ ਹੁੰਦੇ ਸੀਗੇ। ਸੋ ਰੁੱਖਾਂ ਨੂੰ ਕਹਿੰਦੇ ਆ ਕਿ ਉਹ ਦੇਵੀ ਦੇਵਤਿਆਂ ਦੇ ਨਿਵਾਸ ਸਥਾਨ ਦੇ ਰੂਪ ਦੇ ਵਿੱਚ ਮੰਨ ਕੇ ਹੀ ਪੂਜਾ ਕਰਦੇ ਸੀ ਕਿ ਇੱਥੇ ਦੇਵੀ ਦੇਵਤੇ ਜਿਹੜੇ ਉਹ ਨਿਵਾਸ ਕਰਦੇ ਹੈਗੇ ਨੇ। ਔਰ ਦਰਖਤਾਂ ਦੇ ਵਿੱਚ ਸਭ ਤੋਂ ਵੱਧ ਜਿਹੜੀ ਪੂਜਾ ਹੁੰਦੀ ਸੀ ਉਹ ਪਿੱਪਲ ਦੀ ਹੁੰਦੀ ਸੀ, ਕਿਉਂਕਿ ਇਸ ਨੂੰ ਕਾਫੀ ਪਵਿੱਤਰ ਜਿਹੜਾ ਉਸ ਸਮੇਂ ਦੇ ਵਿੱਚ ਮੰਨਿਆ ਜਾਂਦਾ ਸੀਗਾ। ਸੋ ਇਹ ਇੰਪੋਰਟੈਂਟ ਹੈਗਾ ਗਾ। ਇਸ ਤੋਂ ਇਲਾਵਾ ਹੋਰ ਧਾਰਮਿਕ ਵਿਸ਼ਵਾਸ ਸੀਗੇ ਉਹਨਾਂ ਦੀ। ਸੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਮਿਲੀਆਂ ਨੇਗੀਆਂ ਜਿਨ੍ਹਾਂ ਦੇ ਆਧਾਰ ਦੇ ਉੱਪਰ ਅਸੀਂ ਕਹਿ ਸਕਦੇ ਹਾਂ ਕਿ ਉਹ ਲਿੰਗ ਤੇ ਯੋਨੀ ਦੀ ਪੂਜਾ ਕਰਦੇ ਸੀ, ਉਹ ਸ਼ਿਵ ਦੇ ਨਾਲ ਜਿਹੜਾ ਮਿਲਦੇ ਜੁਲਦੇ ਸੀਗੇ। ਸੋ ਪੱਥਰਾਂ ਦੇ ਬਹੁਤ ਸਾਰੇ ਜਿਹੜੇ ਛੱਲੇ ਮਿਲੇ ਨੇ। ਸੋ ਇਹਨਾਂ ਨੂੰ ਦੇਖ ਕੇ ਆਧਾਰ ਇਸ ਚੀਜ਼ ਨੂੰ ਮੰਨਿਆ ਜਾ ਸਕਦਾ ਕਿ ਉਹ ਇਹਨਾਂ ਚੀਜ਼ਾਂ ਦੀ ਵੀ ਜਿਹੜੀ ਪੂਜਾ ਕਰਦੇ ਹੁੰਦੇ ਸੀਗੇ। ਪੂਜਾ ਇਹਨਾਂ ਦੀ ਉਸ ਕਰਕੇ ਕਰਦੇ ਸੀ ਕਿਉਂਕਿ ਇਸ ਨੂੰ ਉਹ ਸੰਸਾਰ ਦੀ ਸਾਜਨਾ ਦੀ ਸ਼ਕਤੀ ਦੇ ਵਜੋਂ ਪੂਜਾ ਕਰਦੇ ਸੀਗੇ, ਕਿਉਂਕਿ ਇਹਨਾਂ ਦੇ ਵਿੱਚੋਂ ਹੀ ਹਰ ਚੀਜ਼ ਦਾ ਜਿਹੜਾ ਜਨਮ ਹੁੰਦਾ ਸੀਗਾ। ਔਰ ਸਿੱਧਗਾਟੂ ਦੇ ਬਹੁਤ ਸਾਰੇ ਜਿਹੜੇ ਇਸ਼ਨਾਨਕਾਰ ਨੇ ਉਹ ਵੀ ਇਸ ਗੱਲ ਦਾ ਅਨੁਮਾਨ ਦਿੰਦੇ ਨੇ ਕਿ ਸਿੱਧਗਾਟੀ ਦੇ ਲੋਕ ਸੀਗੇ ਜਿਹੜੇ ਉਹ ਜਲ ਦੀ ਵੀ ਪੂਜਾ ਕਰਦੇ ਸੀਗੇ, ਉਸ ਨੂੰ ਇੱਕ ਪਵਿੱਤਰ ਜਿਹੜਾ ਕਹਿ ਸਕਦੇ ਹੈਗੇ ਆ ਮੰਨਦੇ ਸੀਗੇ, ਤੇ ਇਹਨਾਂ ਨੂੰ ਵੀ ਉਹ ਪ੍ਰਮੁੱਖ ਨਾਮ ਦੇ ਦਿੱਤੇ ਸੀਗੇ। ਇਹਨਾਂ ਤੋਂ ਇਲਾਵਾ ਨਾਗਾਂ ਦੀ, ਸੂਰਜ ਦੀ ਅਤੇ ਬਹੁਤ ਸਾਰੇ ਪੰਛੀ, ਖਾਸ ਕਰਕੇ ਘੁੱਗੀ ਦੀ ਵੀ ਜਿਹੜੀ ਉਸ ਸਮੇਂ ਪੂਜਾ ਕੀਤੀ ਜਾਂਦੀ ਸੀ। ਮੁਰਦਿਆਂ ਨਾਲ ਦਫਨਾਈਆਂ ਜਾਣ ਵਾਲੀਆਂ ਵਸਤੂਆਂ ਦੇ ਆਧਾਰ ਦੇ ਉੱਪਰ ਇਹ ਕਿਹਾ ਜਾਂਦਾ ਹੈਗਾ ਗਾ ਕਿ ਉਸ ਸਮੇਂ ਦੇ ਲੋਕ ਮੌਤ ਤੋਂ ਬਾਅਦ ਦੇ ਜੀਵਨ ਦੇ ਵਿੱਚ ਜਿਹੜਾ ਵਿਸ਼ਵਾਸ ਰੱਖਦੇ ਸੀਗੇ, ਕਿਉਂਕਿ ਜਿਹੜੀਆਂ ਚੀਜ਼ਾਂ ਦਵਾਈਆਂ ਸੀ ਉਹਨਾਂ ਦਾ ਇਹੀ ਆਧਾਰ ਮੰਨਿਆ ਜਾਂਦਾ ਹੈ ਕਿ ਉਹਨਾਂ ਨੂੰ ਲੱਗਦਾ ਸੀ ਕਿ ਜਦੋਂ ਦੁਬਾਰਾ ਉਹਨਾਂ ਦਾ ਕਿਤੇ ਹੋਰ ਜਨਮ ਹੋਊਗਾ ਤਾਂ ਉਹ ਇਹਨਾਂ ਚੀਜ਼ਾਂ ਨੂੰ ਜਿਹੜਾ ਨਾਲ ਲੈ ਜਾਵੇਗਾ, ਇਸ ਚੀਜ਼ ਨੂੰ ਮੰਨਦੇ ਸੀਗੇ। ਇਸ ਤੋਂ ਇਲਾਵਾ ਭੂਤ ਪ੍ਰੇਤ, ਟੂਣੇ, ਜਾਦੂ ਟੂਣੇ, ਤਵੀਤਾਂ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਵਿਸ਼ਵਾਸ ਸੀਗਾ। ਸੋ ਇਸ ਕਰਕੇ ਅਸੀਂ ਉਹਨਾਂ ਨੂੰ ਅੰਧ ਵਿਸ਼ਵਾਸੀ ਦੇ ਰੂਪ ਦੇ ਵਿੱਚ ਵੀ ਜਿਹੜਾ ਕਹਿ ਸਕਦੇ ਹੈਗੇ ਹਾਂ ਕਿ ਅੰਧ ਵਿਸ਼ਵਾਸੀ ਵੀ ਸੀਗੇ ਉਹ, ਜਾਂ ਕਾਫੀ ਅੰਧ ਵਿਸ਼ਵਾਸ ਉਸ ਸਮੇਂ ਪ੍ਰਚਲਿਤ ਸੀਗੇ। ਇਸ ਤੋਂ ਅੱਗੇ ਆਉਂਦਾ ਹੈ ਸਮਾਜਿਕ ਜੀਵਨ। ਸੋ ਇੰਡਸ ਸਿਵਲਾਈਜੇਸ਼ਨ ਦਾ ਸਮਾਜਿਕ ਜੀਵਨ ਜਿਹੜਾ ਉਹ ਕਿਹੋ ਜਿਹਾ ਸੀਗਾ। ਸੋ ਬਹੁਤ ਵਿਕਸਿਤ ਸੀਗਾ ਉਹਨਾਂ ਦਾ ਸਮਾਜਿਕ ਜੀਵਨ, ਹੈ ਨਾ। ਸੋ ਦੇਖਦੇ ਹਾਂ ਕੀ ਕੀ ਉਹਨਾਂ ਦੇ ਵਿੱਚ ਆਉਂਦਾ ਸੁਸਾਇਟੀ ਨੂੰ ਲੈ ਕੇ। ਸੋ ਸਿੱਧਗਾਟੀ ਦੀ ਸਭਿਅਤਾ ਦੀ ਖੁਦਾਈ ਤੋਂ ਸਾਨੂੰ ਬਹੁਤ ਸਾਰੀਆਂ ਜਿਹੜੀਆਂ ਮੂਰਤੀਆਂ ਮਿਲੀਆਂ ਨੇ, ਜਿਨ੍ਹਾਂ ਦੇ ਵਿੱਚੋਂ ਜ਼ਿਆਦਾ ਜਿਹੜੀਆਂ ਨੇ ਉਹ ਇਸਤਰੀਆਂ ਦੀਆਂ ਨੇਗੀਆਂ। ਸੋ ਇਸਤਰੀਆਂ ਦੀਆਂ ਮੂਰਤੀਆਂ ਜ਼ਿਆਦਾ ਹੋਣ ਕਰਕੇ ਇਸ ਚੀਜ਼ ਦਾ ਅੰਦਾਜ਼ਾ ਲਗਾਇਆ ਜਾਂਦਾ ਕਿ ਉਸ ਸਮੇਂ ਜਿਹੜਾ ਸਮਾਜ ਸੀ ਉਹ ਮਾਤਾ ਪ੍ਰਧਾਨ ਸਮਾਜ ਸੀਗਾ, ਜਾਣੀ ਕਿ ਇਸਤਰੀ ਨੂੰ ਬਹੁਤ ਜ਼ਿਆਦਾ ਜਿਹੜਾ ਸਤਿਕਾਰ ਆ ਉਸ ਸਮੇਂ ਦਿੱਤਾ ਜਾਂਦਾ ਸੀਗਾ। ਸੋ ਉਹਨਾਂ ਦੇ ਵਿੱਚ ਜਾਤ ਪਾਤ ਜਿਹੜੀ ਆਧਾਰਿਤ ਨਹੀਂ ਸੀਗੀ, ਜਾਣੀ ਕਿ ਸਮਾਜ ਨੂੰ ਕਹਿ ਸਕਦੇ ਹਾਂ ਜਾਤ ਪਾਤ ਦੇ ਵਿੱਚ ਨਹੀਂ ਵੰਡਿਆ ਹੋਇਆ ਸੀ, ਬਟ ਹਾਂ ਲੋਕਾਂ ਨੂੰ ਕੰਮ ਦੇ ਆਧਾਰ ਦੇ ਉੱਪਰ ਜ਼ਰੂਰ ਵੰਡਿਆ ਹੋਇਆ ਸੀ। ਜਿਹੋ ਜਿਹਾ ਕੰਮ ਸੀ ਉਹਦੇ ਆਧਾਰ ਦੇ ਉੱਪਰ ਉਸਨੂੰ ਡਿਵਾਈਡ ਕੀਤਾ ਹੋਇਆ ਸੀਗਾ, ਬਟ ਕਾਸਟ ਸਿਸਟਮ ਜਿਹੜਾ ਉਸ ਸਮੇਂ ਪ੍ਰਚਲਿਤ ਨਹੀਂ ਸੀਗਾ। ਪਰ ਇਸਤਰੀ ਦੀ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਮਾਨ ਸਨਮਾਨ ਉਸ ਸਮੇਂ ਸੀਗਾ। ਖਾਣ ਪੀਣ ਤੇ ਪਹਿਰਾਵਾ। ਸੋ ਖਾਣ ਪੀਣ ਦੇ ਵਿੱਚ ਉਹਨਾਂ ਦੇ ਪ੍ਰਮੁੱਖ ਗੱਲ ਕਰਦੇ ਹਾਂ ਕਿ ਬਹੁਤ ਹਰ ਸਭਿਅਤਾ ਹੀ ਖਾਣ ਪੀਣ ਦੇ ਵਿੱਚ ਬੜੀ ਸ਼ੌਕੀਨ ਰਹਿੰਦੀ ਹੈਗੀ ਆ। ਸੋ ਉਹਨਾਂ ਦੇ ਮੁੱਖ ਖਾਣ ਪੀਣ ਦੇ ਵਿੱਚ ਚੌਂਕ, ਕਣਕ, ਖਜੂਰ, ਦੁੱਧ, ਫਲ ਤੇ ਸਬਜ਼ੀਆਂ ਦਾ ਜਿਹੜਾ ਉਹ ਇਸਤੇਮਾਲ ਕੀਤਾ ਜਾਂਦਾ ਸੀਗਾ। ਔਰ ਇਹਨਾਂ ਤੋਂ ਇਲਾਵਾ ਮੱਛੀ ਤੇ ਮਾਂਸ ਦੀ ਜਿਹੜੀ ਵਰਤੋਂ ਉਹ ਕਰਦੇ ਹੁੰਦੇ ਸੀਗੇ। ਖੁਦਾਈ ਦੇ ਵਿੱਚੋਂ ਬਹੁਤ ਸਾਰੇ ਤਕਲਿਆਂ ਤੋਂ ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਉਸ ਸਮੇਂ ਦੇ ਲੋਕ ਸੂਤੀ ਤੇ ਉੱਨੀ ਕੱਪੜਿਆਂ ਦੀ ਜਿਹੜੀ ਬੁਣਾਈ ਕਰਦੇ ਹੁੰਦੇ ਸੀਗੇ। ਔਰ ਇੱਕ ਮੂਰਤੀ ਮਿਲੀ ਸੀ ਜਿਸ ਦੇ ਵਿੱਚ ਬੜਾ ਕੁਛ ਉਹਨਾਂ ਨੇ ਪ੍ਰਜੈਂਟ ਕੀਤਾ ਸੀ, ਕਿਹੋ ਜਿਹਾ ਕੁਛ ਉਹਨਾਂ ਜਿਹੜਾ ਪਹਿਨਦੇ ਸੀਗੇ। ਔਰ ਇਸਤਰੀਆਂ ਤੇ ਪੁਰਸ਼ ਦੋਹਾਂ ਦਾ ਜਿਹੜਾ ਪਹਿਰਾਵਾ ਸੀ ਉਹ ਤਕਰੀਬਨ ਮਿਲਦਾ ਜੁਲਦਾ ਸੀਗਾ, ਕੋਈ ਖਾਸ ਫਰਕ ਇਹਨਾਂ ਦੇ ਵਿੱਚ ਨਹੀਂ ਹੁੰਦਾ ਸੀਗਾ। ਔਰ ਉਸ ਸਮੇਂ ਇਸਤਰੀਆਂ ਤੇ ਪੁਰਸ਼ ਦੋਨੋਂ ਹੀ ਗਹਿਣੇ ਪਾਉਣ ਦੇ ਜਿਹੜੇ ਬੜੇ ਸ਼ੌਕੀਨ ਸੀਗੇ। ਸੋ ਇਹਨਾਂ ਗਹਿਣਿਆਂ ਦੇ ਵਿੱਚ ਪ੍ਰਮੁੱਖ ਤੌਰ ਦੇ ਉੱਪਰ ਹਾਰ, ਮੁੰਦਰੀ, ਕੜੇ, ਬਾਜੂਬੰਦ, ਅੰਗੂਠੀਆਂ ਤੇ ਵਾਲੀਆਂ ਜਿਹੜੀਆਂ ਉਹ ਮਸ਼ਹੂਰ ਹੁੰਦੀਆਂ ਸੀਗੀਆਂ। ਸੋ ਇਹ ਗਹਿਣੇ ਸੋਨੇ, ਚਾਂਦੀ, ਕੀਮਤੀ ਪੱਥਰ, ਹਾਥੀ ਦੰਦਾਂ ਤੇ ਹੱਡੀਆਂ ਦੇ ਜਿਹੜੇ ਬਣਾਏ ਜਾਂਦੇ ਹੁੰਦੇ ਸੀਗੇ। ਸੋ ਆਪਣੇ ਆਪਣੇ ਲੈਵਲ ਦੇ ਅਕੋਰਡਿੰਗ ਜਿਹੜਾ ਉਸ ਸਮੇਂ ਬਣਾਇਆ ਜਾਂਦਾ ਸੀਗਾ। ਹਾਰ ਸ਼ਿੰਗਾਰ। ਸੋ ਹਾਰ ਸ਼ਿੰਗਾਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਪ੍ਰਚਲਿਤ ਸੀਗੀਆਂ ਚੀਜ਼ਾਂ। ਸੋ ਸਿੱਧੂ ਘਾਟੀ ਦੀਆਂ ਜਿਹੜੀਆਂ ਇਸਤਰੀਆਂ ਸੀ ਉਹ ਵੀ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਮਾਡਰਨ ਇਸਤਰੀਆਂ ਨੇ ਉਹ ਤਰੀਕੇ ਨਾਲ ਹਾਰ ਸ਼ਿੰਗਾਰ ਜਿਹੜਾ ਉਹ ਕਰਦੀਆਂ ਸੀ। ਇਹਨਾਂ ਦੇ ਵਿੱਚ ਲਿਪਸਟਿਕ, ਪਾਊਡਰ, ਸੁਰਮਾ, ਖੁਸ਼ਬੂਦਾਰ ਤੇਲ, ਇਹਨਾਂ ਦੀ ਜਿਹੜੀ ਵਰਤੋਂ ਉਹ ਹੁੰਦੀ ਰਹਿੰਦੀ ਸੀਗੀ। ਔਰ ਇਹਨਾਂ ਤੋਂ ਇਲਾਵਾ ਖੁਦਾਈ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਸੰਦੂਰ ਦੀਆਂ ਡੱਬੀਆਂ ਵੀ ਮਿਲੀਆਂ ਨੇਗੀਆਂ। ਸੋ ਇਹ ਵੀ ਕਹਿ ਸਕਦੇ ਹਾਂ ਇਸ ਚੀਜ਼ ਨੂੰ ਨਾ ਪ੍ਰਜੈਂਟ ਕਰਦੇ ਹਨ ਕਿ ਮੇਕਅਪ ਨੂੰ ਲੈ ਕੇ, ਸੰਦੂਰ ਨੂੰ ਲੈ ਕੇ ਉਹ ਕਾਫੀ ਐਕਟਿਵ ਸੀਗੀ। ਔਰ ਵੱਡੀ ਗਿਣਤੀ ਦੇ ਵਿੱਚ ਕੰਘੀਆਂ ਹੋ ਗਈਆਂ ਜਾਂ ਮੂੰਹ ਦੇਖਣ ਵਾਲੇ ਸ਼ੀਸ਼ੇ ਵੀ ਇਸ ਸਮੇਂ ਦੇ ਵਿੱਚ ਅਵੇਲੇਬਲ ਮਿਲਦੇ ਨੇ। ਸੋ ਲੱਗਦਾ ਸੀ ਕਿ ਨਾ ਇਸ ਚੀਜ਼ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਇਹਨਾਂ ਚੀਜ਼ਾਂ ਤੋਂ ਲੋਕ ਜਿਹੜੇ ਉਹ ਜਾਣੂ ਸੀਗੇ। ਕੰਘੇ ਤੇ ਸ਼ੀਸ਼ੇ ਉਹ ਬੜੇ ਜਿਹੜੇ ਕਹਿ ਸਕਦੇ ਹਾਂ ਸੋਹਣੇ ਢੰਗ ਦੇ ਨਾਲ ਉਹਨਾਂ ਨੇ ਬਣਾਏ ਹੁੰਦੇ ਸੀਗੇ, ਇੱਕ ਆਕਰਸ਼ਕ ਢੰਗ ਦੇ ਨਾਲ ਜਿਹੜਾ ਪ੍ਰਜੈਂਟ ਕੀਤਾ ਹੁੰਦਾ ਸੀਗਾ। ਔਰ ਇਸਤਰੀਆਂ ਆਪਣੇ ਹਾਰ ਸ਼ਿੰਗਾਰ ਦੀਆਂ ਵਸਤੂਆਂ ਛੋਟੇ ਛੋਟੇ ਡੱਬਿਆਂ ਦੇ ਵਿੱਚ ਪਾ ਕੇ ਰੱਖਦੇ ਨੇ, ਜੋ ਕਿ ਹਾਥੀ ਦੰਦ ਦੇ ਜਿਹੜੇ ਬਣਾਏ ਜਾਂਦੇ ਹੁੰਦੇ ਸੀਗੇ। ਇਹ ਲਾਸਟ ਵਾਲਾ ਪੁਆਇੰਟ ਵੀ ਬੜਾ ਇੰਪੋਰਟੈਂਟ ਹੈ ਕਿ ਜਿਹੜੇ ਹਾਰ ਸ਼ਿੰਗਾਰ ਦੇ ਲਈ ਸਮਾਨ ਰੱਖਿਆ ਜਾਂਦਾ ਸੀ ਤਾਂ ਉਹ ਕਿਸ ਤਰ੍ਹਾਂ ਦੇ ਜਾਂ ਕਿਸ ਚੀਜ਼ ਦਾ ਬਣਿਆ ਜਿਹੜਾ ਡੱਬਾ ਹੁੰਦਾ ਸੀ, ਤਾਂ ਉਹ ਹਾਥੀ ਦੰਦਾਂ ਦਾ ਬਣਿਆ ਹੁੰਦਾ ਸੀਗਾ। ਸੋ ਪੁਰਸ਼ ਜਿਹੜੇ ਉਹ ਛੋਟੀ ਛੋਟੀ ਦਾੜੀ ਰੱਖਣ ਦਾ ਜਿਹੜਾ ਉਹਨਾਂ ਦੇ ਵਿੱਚ ਰਿਵਾਜ ਜਿਹੜਾ ਹੁੰਦਾ ਸੀਗਾ। ਇਸ ਤੋਂ ਇਲਾਵਾ ਆਉਂਦਾ ਹੈ ਘਰੇਲੂ ਜੀਵਨ, ਯਾਨੀ ਕਿ ਹਾਊਸ ਹੋਲਡ ਆਰਟੀਕਲ ਜਿਹੜੇ ਉਹਨਾਂ ਦੇ ਕਿਹੋ ਜਿਹੇ ਸੀਗੇ।
ਤਾਂ ਸਿੰਧੂ ਘਾਟੀ ਦੀ ਸਭਿਅਤਾ ਦੀ ਕਤਾਈ ਤੋਂ ਸਾਨੂੰ ਘਰਾਂ ਦੇ ਵਿੱਚ ਵਰਤੀਆਂ ਜਾਣ ਵਾਲੀਆਂ ਆਮ ਵਸਤੂਆਂ ਦਾ ਜਿਹੜਾ ਜਾਣਕਾਰੀ ਮਿਲਦੀ ਹੈਗੀ ਆ। ਸੋ ਇਹਨਾਂ ਦੇ ਵਿੱਚ ਮੁੱਖ ਤੌਰ ਦੇ ਉੱਪਰ ਭਾਂਡੇ, ਫਰਨੀਚਰ, ਤਕਲੇ, ਸੂਈਆਂ, ਕੰਘੀਆਂ, ਲੈਂਪ, ਮੋਮਬੱਤੀਆਂ, ਚਾਕੂ, ਪਹਾੜੀਆਂ, ਛੈਣੀਆਂ, ਮੱਛੀਆਂ ਫੜਨ ਵਾਲੇ ਕੁੰਡੇ, ਸੋ ਇਹ ਪ੍ਰਮੁੱਖ ਮਿਲੇ ਨੇ। ਸੋ ਇਸ ਆਧਾਰ ਦੇ ਉੱਪਰ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਪ੍ਰਮੁੱਖ ਘਰੇਲੂ ਜਿਹੜੀਆਂ ਚੀਜ਼ਾਂ ਸੀਗੀਆਂ ਸੋ ਇਹਨਾਂ ਦੇ ਵਿੱਚ ਹੀ ਸ਼ਾਮਲ ਸੀਗੀਆਂ, ਇਹ ਪ੍ਰਮੁੱਖ ਆ ਜਾਂਦੇ ਸੀਗੇ। ਮਨੋਰੰਜਨ, ਸੋ ਮਨੋਰੰਜਨ ਨੂੰ ਲੈ ਕੇ ਵੀ ਕਾਫੀ ਸਾਰੀਆਂ ਜਿਹੜੀਆਂ ਭਿੰਨਤਾਵਾਂ ਸੀਗੀਆਂ ਸਿੰਧੂ ਘਾਟੀ ਦੇ ਵਿੱਚ, ਔਰ ਬਹੁਤ ਤਰੀਕਿਆਂ ਦੇ ਨਾਲ ਉਸ ਸਮੇਂ ਦੇ ਵਿੱਚ ਜਿਹੜਾ ਕਹਿ ਸਕਦੇ ਸੀਗੇ ਮਨੋਰੰਜਨ ਕੀਤਾ ਜਾਂਦਾ ਸੀਗਾ। ਸਿੰਧੂ ਘਾਟੀ ਦੀ ਸਭਿਅਤਾ ਦੇ ਲੋਕਾਂ ਦਾ ਮੁੱਖ ਜਾਂ ਪ੍ਰਮੁੱਖ ਜਿਹੜਾ ਕਹਿ ਸਕਦੇ ਹੈਗੇ ਆਂਗੇ ਖੇਡਣ ਦਾ ਸ਼ੌਕੀਨ ਸੀ ਉਹ ਸ਼ਤਰੰਜ ਸੀ। ਸੋ ਸ਼ਤਰੰਜ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਖੇਡੀ ਜਾਂਦੀ ਸੀਗੀ। ਔਰ ਇਸ ਤੋਂ ਇਲਾਵਾ ਸ਼ਿਕਾਰ ਖੇਡਣਾ, ਮੱਛੀਆਂ ਫੜਨਾ, ਪੰਛੀਆਂ ਨੂੰ ਪਾਲਣਾ, ਜਾਨਵਰਾਂ ਦੀਆਂ ਲੜਾਈਆਂ ਕਰਾਉਣਾ, ਸੰਗੀਤ ਤੇ ਨਾਚ ਦੇਖਣਾ, ਇਹ ਵੀ ਪ੍ਰਮੁੱਖ ਸੀਗਾ। ਇਸ ਦੇ ਵਿੱਚ ਵੀ ਲੋਕ ਜਿਹੜੀ ਬਹੁਤ ਜ਼ਿਆਦਾ ਜਿਹੜੀ ਦਿਲਚਸਪੀ ਲੈਂਦੇ ਸੀ, ਬਟ ਪ੍ਰਮੁੱਖ ਜਿਹੜਾ ਇਹਨਾਂ ਦੇ ਵਿੱਚੋਂ ਸ਼ਤਰੰਜ ਹੁੰਦਾ ਸੀ, ਇਹ ਇੰਪੋਰਟੈਂਟ ਹੈ। ਸੋ ਇਸ ਚੀਜ਼ ਨੂੰ ਤੁਸੀਂ ਯਾਦ ਰੱਖਣਾ ਹੈਗਾ ਗਾ। ਸੋ ਬੱਚੇ ਆਪਣਾ ਮਨੋਰੰਜਨ ਜਿਹੜਾ ਉਹ ਖਿਡੌਣਿਆਂ ਦੇ ਨਾਲ ਕਰਦੇ ਸੀਗੇ, ਜਿਹੜੇ ਕਿ ਮਿੱਟੀ ਦੇ ਬਣੇ ਹੁੰਦੇ ਸੀ ਜ਼ਿਆਦਾਤਰ। 6ਵਾਂ ਪੁਆਇੰਟ ਆ ਜਾਂਦਾ ਹੈ ਮੁਰਦਿਆਂ ਦਾ ਸੰਸਕਾਰ। ਸੋ ਮੁਰਦਿਆਂ ਦਾ ਜਿਹੜਾ ਸੰਸਕਾਰ ਆ ਉਹ ਸਿੰਧੂ ਘਾਟੀ ਦੇ ਵਿੱਚ ਕਿਸ ਤਰ੍ਹਾਂ ਕੀਤਾ ਜਾਂਦਾ ਸੀ, ਤਾਂ ਇਸ ਦੇ ਲਈ ਉਹਨਾਂ ਕੋਲੇ 3 ਜਿਹੜੇ ਢੰਗ ਸੀ ਜਿਨ੍ਹਾਂ ਦੇ ਨਾਲ ਮੁਰਦਿਆਂ ਦਾ ਜਿਹੜਾ ਉਹ ਸੰਸਕਾਰ ਕਰਦੇ ਹੁੰਦੇ ਸੀਗੇ। ਸੋ ਫਸਟ ਢੰਗ ਸੀਗਾ ਜਿਸ ਦੇ ਵਿੱਚ ਮੁਰਦਿਆਂ ਨੂੰ ਜ਼ਿਆਦਾਤਰ ਕੀ ਕਰਦੇ ਸੀਗੇ, ਸਾੜ ਦਿੱਤਾ ਜਾਂਦਾ ਸੀ, ਯਾਨੀ ਕਿ ਅੱਗ ਜਿਸ ਤਰ੍ਹਾਂ ਅਸੀਂ ਅੱਜ ਸੰਸਕਾਰ ਕਰਦੇ ਹਾਂ ਸੈਂਤ ਕੁਛ ਨੂੰ ਬਾਅਦ ਦੇ ਵਿੱਚ ਭਾਂਡੇ ਦੇ ਵਿੱਚ ਜਿਹੜੀ ਉਸਦੀ ਰਾਖ ਹੁੰਦੀ ਸੀ ਪਾ ਕੇ ਦੱਬ ਦਿੱਤਾ ਜਾਂਦਾ ਹੁੰਦਾ ਸੀਗਾ। ਦੂਸਰਾ ਮੈਥਡ ਇਹ ਹੁੰਦਾ ਸੀ ਕਿ ਕਈ ਵਾਰ ਮੁਰਦਿਆਂ ਨੂੰ ਜਿਹੜਾ ਜ਼ਮੀਨ ਦੇ ਵਿੱਚ ਸਿੱਧਾ ਜਿਸ ਤਰ੍ਹਾਂ ਮੁਸਲਮਾਨ ਜਿਹੜਾ ਦਬਾਉਂਦੇ ਨੇ ਉਸ ਤਰੀਕੇ ਦੇ ਨਾਲ ਜਿਹੜਾ ਉਹ ਦਬਾ ਦਿੱਤਾ ਜਾਂਦਾ ਸੀ ਜਾਂ ਕੱਢ ਦਿੱਤਾ ਜਾਂਦਾ ਸੀਗਾ। ਔਰ ਤੀਸਰਾ ਮੈਥਡ ਸੀਗਾ ਕਿ ਕਦੇ ਕਦੇ ਮੁਰਦਾ ਲਾਸ਼ ਨੂੰ ਉਹ ਖੁੱਲ੍ਹੀ ਥਾਂ ਦੇ ਵਿੱਚ ਸਿੱਟ ਦਿੰਦੇ ਸੀਗੇ ਜਿੱਥੇ ਪੰਛੀ ਵਗੈਰਾ ਜਾਂ ਜਾਨਵਰ ਉਹਨਾਂ ਨੂੰ ਜਿਹੜਾ ਖਾ ਲੈਂਦੇ ਸੀ। ਉਸ ਤੋਂ ਬਾਅਦ ਜਿਹੜੀਆਂ ਉਸਦੀਆਂ ਹੱਡੀਆਂ ਦਾ ਪਿੰਜਰ ਜਿਹੜਾ ਬਾਕੀ ਰਹਿ ਜਾਂਦਾ ਸੀਗਾ ਉਸਨੂੰ ਬਾਅਦ ਦੇ ਵਿੱਚ ਮਿੱਟੀ ਦੇ ਵਿੱਚ ਜਿਹੜਾ ਉਹ ਦਬਾ ਦਿੰਦੇ ਹੁੰਦੇ ਸੀਗੇ। ਤਾਂ ਇਹ 3 ਮੈਥਡ ਸੀਗੇ ਜਿਨ੍ਹਾਂ ਦੇ ਨਾਲ ਮੁਰਦਿਆਂ ਦਾ ਉਸ ਸਮੇਂ ਸੰਸਕਾਰ ਕੀਤਾ ਜਾਂਦਾ ਸੀ। ਸੋ ਇਹ ਵੀ ਇੰਪੋਰਟੈਂਟ ਹੈ। ਸੋ ਇਸ ਚੀਜ਼ ਨੂੰ ਵੀ ਤੁਸੀਂ ਨੋਟ ਕਰ ਲੈਣਾ ਹੈਗਾ ਗਾ। ਸੋ ਅੱਜ ਦੇ ਸੈਸ਼ਨ ਦੇ ਵਿੱਚ ਇੰਨਾ ਹੀ। ਸੋ ਬਾਕੀ ਥਰਡ ਪਾਰਟ ਜਿਹੜਾ ਉਹ ਕੱਲ੍ਹ ਜਾਂ ਪਰਸੋਂ ਤੱਕ ਤੁਹਾਨੂੰ ਮਿਲ ਜਾਵੇਗਾ। ਸੋ ਆਸ ਕਰਦਾ ਕਿ ਸੈਸ਼ਨ ਕਾਫੀ ਹੈਲਪਫੁਲ ਰਹੂਗਾ। ਸੋ WhatsApp ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ। ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ। ਅਤੇ ਜਿਹੜੇ ਵਿਦਿਆਰਥੀ ਨਵੇਂ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਥੈਂਕ ਯੂ ਸੋ ਮਚ।